स्वागत है पीटीसी न्यूज़ ਦੇ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਦਿੱਲੀ ਦੇ ਵਿੱਚ ਤੁਗਲਕਾਬਾਦ ਦੇ ਵਿੱਚ ਪ੍ਰਾਚੀਨ ਇਤਿਹਾਸਿਕ ਭਗਤ ਰਵਿਦਾਸ ਜੀ ਦੇ ਮੰਦਿਰ ਤੋੜਨ ਦਾ ਮਸਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਔਰ ਇਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ। ਪੰਜਾਬ ਬੰਦ ਦੀ ਕਾਲ ਦਿੱਤੀ ਗਈ ਔਰ ਲਗਭਗ ਭਰਪੂਰ ਹੁੰਗਾਰਾ ਵੀ ਪੰਜਾਬ ਬੰਦ ਨੂੰ ਮਿਲਿਆ। ਕਈ ਥਾਈਂ ਹਿੰਸਕ ਝੜਪਾਂ ਵੀ ਹੋਈਆਂ ਛਿਟਪੁੱਟ, ਪਰ ਇਹਦਾ ਅਸਰ ਬਹੁਤ ਵੱਡਾ ਦੇਖਣ ਨੂੰ ਮਿਲਿਆ। ਲਗਭਗ ਸਾਰੇ ਪੰਜਾਬ ਦੇ ਬਾਜ਼ਾਰ ਬੰਦ ਰਹੇ, ਹਾਈਵੇਜ਼ ਬੰਦ ਰਹੇ, ਲੋਕਾਂ ਨੇ ਆਪਣੇ ਜਿਹੜੇ ਪ੍ਰਾਈਵੇਟ ਅਦਾਰੇ ਸੀ ਉਹ ਵੀ ਬੰਦ ਰੱਖੇ ਨੇ, ਸਕੂਲ ਕਾਲਜ ਵੀ ਬੰਦ ਰਹੇ ਨੇ। ਅਜਿਹੀ ਨੌਬਤ ਆਈ ਕਿਉਂ, ਇਹ ਸੋਚਣ ਤੇ ਸਮਝਣ ਦੀ ਜ਼ਰੂਰਤ ਹੈ। ਹੁਣ ਸਾਰੀਆਂ ਪਾਰਟੀਆਂ ਪੱਬਾਂ ਭਾਰ ਹੋ ਕੇ ਇਸ ਮਸਲੇ ਨੂੰ ਹੱਲ ਕਰਾਉਣ ਦੇ ਵਿੱਚ ਜੁਟੀਆਂ ਹੋਈਆਂ ਨੇ, ਭਾਵੇਂ ਉਹ ਵਿਰੋਧੀ ਧਿਰਾਂ ਹੋਣ ਜਾਂ ਫਿਰ ਸੱਤਾਧਾਰੀ ਧਿਰ ਹੋਣ। ਕੋਈ ਵੀ ਨਹੀਂ ਚਾਹੁੰਦਾ ਕਿ ਇਹ ਇਸ ਮਸਲੇ ਤੇ ਕੋਈ ਰਿਸਕ ਲਿਆ ਜਾਵੇ ਔਰ ਸਾਰੇ ਹੀ ਕਹਿੰਦੇ ਨੇ ਕਿ ਅੱਗੇ ਵੱਧ ਕੇ ਅਸੀਂ ਇਹ ਮਸਲਾ ਹੱਲ ਕਰਾਉਣ ਨੂੰ ਜਦੋਜਹਿਦ ਕਰ ਰਹੇ ਹਾਂ। ਔਰ ਇੱਥੋਂ ਤੱਕ ਕਿ ਇਹ ਵੀ ਕਹਿੰਦੇ ਨੇ ਕਿ ਮੰਦਿਰ ਬਣਾਉਣ ਦੇ ਲਈ ਜੋ ਖਰਚਾ ਆਏਗਾ ਉਹ ਵੀ ਅਸੀਂ ਚੁੱਕਣ ਲਈ ਤਿਆਰ ਹਾਂ, ਵੀ ਕਿਸੇ ਤਰੀਕੇ ਮਸਲਾ ਹੱਲ ਹੋਣਾ ਚਾਹੀਦਾ। ਪਰ ਵੱਡਾ ਸਵਾਲ ਇਹ ਅਜਿਹੀ ਨੌਬਤ ਆਈ ਹੀ ਕਿਉਂ? ਇੱਕ ਪ੍ਰਾਚੀਨ ਮੰਦਿਰ ਜਿਹੜਾ ਕਈ ਸਦੀਆਂ ਪਹਿਲਾਂ ਬਣਿਆ ਹੋਇਆ, ਉਸ ਮੰਦਿਰ ਨੂੰ ਇਸ ਤਰ੍ਹਾਂ ਤੋੜ ਦਿੱਤਾ ਜਾਂਦਾ ਹੈ। ਔਰ ਤੁਹਾਨੂੰ ਜਦੋਂ ਪਤਾ ਹੈ ਕਿ ਉਸ ਮੰਦਿਰ ਦੇ ਨਾਲ ਕਿੰਨੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ, ਧਰਮ ਜੁੜਿਆ ਹੋਇਆ, ਔਰ ਉਸ ਨੂੰ ਤੋੜਨ ਲੱਗਿਆ ਇਹਨਾਂ ਆਸਥਾਵਾਂ ਦਾ ਧਿਆਨ ਕਿਉਂ ਨਾ ਰੱਖਿਆ ਗਿਆ, ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਹੋਇਆ ਕੀ, ਬੰਦ ਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਇਹ ਰਿਪੋਰਟ ਦੇਖ ਲਓ। ਬਾਜ਼ਾਰ ਬੰਦ, सड़कां बंद, ट्रेनां बंद। 500 साल पुराने इतिहासिक रविदास मंदिर नूं ढाया गया तां उस दा असर दिल्ली तो पंजाब तक नजर आया। रविदास भाईचारे के इलावा सिखां दी भी इस मंदिर नूं लैके धार्मिक भावनावां जुड़ियां होईयां ने। यही वजह है कि रोज़ दा दायरा लगातार वधदा जा रहा है। इस दे चलदे पंजाब दा हर वड्डा ते छोटा शहर बंद दिखिया। जलंधर, बठिंडा, तलवंडी साबू, तरन तारण, मुक्तसर, लगभग हर थां बंद दा खासा असर वेखण नूं मिलिया। प्रदर्शनकारियों ने सड़कों ते पुतले साड़ के अपना विरोध जताया। दिल्ली सरकार के खिलाफ नारेबाजी की। इस विरोध विच प्रदर्शनकारियों नूं सियासी दलों की भी हिमायत हासिल हुई। पंजाब बंद करके रेल आवाजाही खासे तौर पर प्रभावित हुई। लोगों के विरोध के चलदियां कई ट्रेनां रद्द कर दित्तियां गईयां। जिन्हां ट्रेनां नूं रद्द किया गया उन्हां विच अमृतसर दादर एक्सप्रेस ट्रेन, लुधियाना अमृतसर, जम्मू तवी अमरनाथ एक्सप्रेस, श्री माता वैष्णो देवी कटरा एक्सप्रेस, स्वराज ते अमरपाली एक्सप्रेस ट्रेन, अमृतसर नंगल डैम एक्सप्रेस ट्रेन शामिल सन। इस तो इलावा अमृतसर लुधियाना रूट दी 8 ट्रेनों नूं मुलतवी भी करना पिया। ਇਹਦਾ ਚੱਕਾ ਵੀ ਜਿਹੜਾ ਪੂਰੀ ਤਰ੍ਹਾਂ ਜਿਹੜਾ ਰੁਕਦਾ ਹੀ ਦਿਖਾਈ ਦੇ ਰਿਹਾ, ਕਿਉਂਕਿ ਇਹ ਫਿਰੋਜ਼ਪੁਰ ਜਲੰਧਰ, ਫਿਰੋਜ਼ਪੁਰ ਲੁਧਿਆਣਾ, ਫਿਰੋਜ਼ਪੁਰ ਅੰਮ੍ਰਿਤਸਰ ਜਿਹੜਾ ਟਰੈਕ ਹੈਗਾ, ਇਹ ਸੈਕਸ਼ਨ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਤੇ 8 ਜਿਹੜੀਆਂ ਟ੍ਰੇਨਾਂ ਨੂੰ ਰੋਕਿਆ ਗਿਆ ਵੀ ਜੋ ਆਪਣੇ ਕਹਿ ਸਕਦੇ ਹਾਂ ਵੀ ਜਿੱਥੋਂ ਵੀ ਚੱਲਣੀਆਂ ਸੀਗੀਆਂ ਉਹ ਚੱਲ ਨਹੀਂ ਪਾ ਰਹੀਆਂ, ਵੀ ਉਹਨਾਂ ਨੂੰ ਕੈਂਸਲ ਕਰਨ ਦੀ ਜਿਹੜੀ ਹੈਗੀ ਆ ਉਹ ਨੌਬਤ ਵੀ ਜਿਹੜੀ ਆ ਉਹ ਆ ਚੁੱਕੀ ਆ, ਵੀ ਜੋ ਦਰਸਾਉਂਦਾ ਕਿ ਇਹ ਜਿਹੜਾ ਬੰਦ ਦਾ ਅਸਰ ਆ ਉਹ ਕਾਫੀ ਜਿਹੜਾ ਵੀ ਦਿਖਾਈ ਦੇ ਰਿਹਾ, ਚਾਹੇ ਉਹ ਸਸਤੀ ਆਵਾਜਾਈ ਹੋਵੇ ਤੇ ਚਾਹੇ ਬਾਜ਼ਾਰੀ ਵਪਾਰੀ ਲੋਕਾਂ ਦੀ ਹੋਵੇ, ਚਾਹੇ ਹੁਣ ट्रेन की होवे। बंद का असर सिर्फ रेल आवाजाही ते ही नहीं सगों सड़कों ते भी वेखण नूं मिलिया। प्रदर्शनकारियों ने लुधियाना ते जलंधर नैशनल हाईवे बंद ते जाम लगा दिता। पटियाला विच बस अड्डे अगे कूड़े दीयां ट्रालियां खड़ियां करके रोस जताया गया। रोस प्रदर्शन विच शामिल हुंदे होए पंजाबी यूनिवर्सिटी पटियाला दा भी कुछ मुलाजमां ने गेट बंद कर दिता। इस तो इलावा पंजाब स्कूल सिक्ख्या बोर्ड अते SGPC दे सारे विद्यक अदारे बंद रखे गए। बठिंडा विच भी प्रदर्शनकारियों ने बस अड्डा जाम कर दिता अते कई बसां नूं रोकिया गया। हालांकि सुरक्षा के मद्देनजर चप्पे चप्पे ते पुलिस की तैनाती की गई सी, पर बावजूद उसदे कई थावां ते झड़प दीयां घटनावां भी वापरीआं। नवां शहर विच जबरन दुकानां बंद करवाउंदे होए मामूली झड़पां वेखण नूं मिलिआं। दिल्ली तो लैके पंजाब तक जताया जा रहा यह रोस दिल्ली के तुगलकाबाद स्थित गुरु रविदास मंदिर नूं तोड़े जाण तो बाद शुरू होया।
ਸੋ ਜਿਹੇ ਦ੍ਰਿਸ਼ ਅੱਜ ਲਗਭਗ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇ, ਭਰਵਾਂ ਹੁੰਗਾਰਾ ਮਿਲਿਆ। ਖੱਜਲ ਖੁਆਰ ਲੋਕ ਬਹੁਤ ਹੋਏ, ਜਿਨ੍ਹਾਂ ਲੋਕਾਂ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ, ਜਿਹੜੇ ਆਪਣੇ ਘਰੋਂ ਕਿਸੇ ਦੂਜੀ ਥਾਂ ਤੇ ਨਿਕਲੇ ਸਨ ਪਰ ਉਹ ਪਹੁੰਚ ਨਹੀਂ ਪਾਏ। ਖਾਸੇ ਖੱਜਲ ਖੁਆਰ ਵੀ ਹੋਏ। ਅੱਗੇ ਵਧਣ ਤੋਂ ਪਹਿਲਾਂ ਥੋੜਾ ਜਿਹਾ ਇਤਿਹਾਸ ਜ਼ਰੂਰ ਇਸ ਮੰਦਿਰ ਦਾ ਦੇਖ ਲੈਣਾ ਚਾਹੀਦਾ ਹੈ ਕਿ ਇਹ ਇਤਿਹਾਸਿਕ ਮੰਦਿਰ ਕੀ ਹੈ ਔਰ ਕਦੋਂ ਇਹਦਾ ਨਿਰਮਾਣ ਕੀਤਾ ਗਿਆ ਸੀ। ਲਗਭਗ 500 ਸਾਲ ਪੁਰਾਣਾ ਇਹ ਮੰਦਿਰ ਹੈ। ਇਸ ਮੰਦਿਰ ਦਾ ਇਤਿਹਾਸ ਹੈ, ਕਿਹਾ ਜਾਂਦਾ ਹੈ ਕਿ ਬਨਾਰਸ ਤੋਂ ਪੰਜਾਬ ਵੱਲ ਜਾਂਦੇ ਹੋਏ ਸਨ 1509 ਈਸਵੀ ਦੇ ਵਿੱਚ ਭਗਤ ਰਵਿਦਾਸ ਜੀ ਇਸ ਥਾਂ ਤੇ ਰੁਕੇ ਸਨ। ਸਿਕੰਦਰ ਲੋਧੀ ਨੇ ਭਗਤ ਰਵਿਦਾਸ ਜੀ ਤੋਂ ਨਾਮਦਾਨ ਲੈਣ ਤੋਂ ਬਾਅਦ ਉਹਨਾਂ ਨੂੰ ਇਹ ਜ਼ਮੀਨ ਦਿੱਤੀ ਗਈ ਸੀ। ਇਹ ਜ਼ਮੀਨ ਉਹਨਾਂ ਦੇ ਨਾਮ ਕਰ ਦਿੱਤੀ ਸੀ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਸਾਲ 1954 ਵਿੱਚ ਇਸ ਥਾਂ ਤੇ ਮੰਦਿਰ ਦੀ ਉਸਾਰੀ ਕੀਤੀ ਗਈ। ਧਿਆਨ ਦੇਣ ਯੋਗ ਹੈ ਕਿ 1954 ਦੇ ਵਿੱਚ ਇਹ ਮੰਦਿਰ ਬਣਿਆ ਸੀਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਸ਼ਾਮਲ ਹੈ, ਇਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨਹੀਂ ਖਾਸੀਆਂ ਜੁੜੀਆਂ ਹੋਈਆਂ ਨੇ। ਮੰਦਿਰ ਸਮਿਤੀ ਨੇ ਜੰਗਲ ਦੀ ਜ਼ਮੀਨ ਉੱਤੇ ਉਸਾਰੀ ਕੀਤੀ। ਸੁਪਰੀਮ ਕੋਰਟ ਵੱਲੋਂ 9 ਅਗਸਤ ਨੂੰ ਡੀਡੀਏ ਨੂੰ ਮੰਦਿਰ ਢਾਉਣ ਦਾ ਹੁਕਮ ਦੇ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ। ਡੀਡੀਏ ਨੇ ਮੰਦਿਰ ਢਾ ਦਿੱਤਾ ਗਿਆ, ਮੂਰਤੀ ਉੱਥੋਂ ਚੁੱਕੀ ਔਰ ਮੰਦਿਰ ਢਾ ਦਿੱਤਾ ਗਿਆ। ਸਿਰਫ ਮੰਦਿਰ ਨਹੀਂ ਢਾਇਆ ਗਿਆ, ਨਾਲ ਥੋੜੀ ਜਿਹੀ ਹੋਰ ਵੀ ਜਾਣਕਾਰੀ ਦੇ ਦਈਏ ਜਿਹੜੇ ਦਰਸ਼ਕਾਂ ਤੱਕ ਨਹੀਂ ਹੈ। ਇੱਕ ਨਾਲ ਸਰਾਂ ਬਣਾਈ ਗਈ ਸੀ, ਉਹ ਵੀ ਢਾ ਦਿੱਤੀ ਗਈ। ਇੱਕ ਪਾਠਸ਼ਾਲਾ ਮੰਦਿਰ ਸਮਿਤੀ ਵੱਲੋਂ ਬਣਾਈ ਗਈ ਸੀ, ਉਹ ਵੀ ਢਾ ਦਿੱਤੀ ਗਈ। ਔਰ ਇਹ ਲਗਭਗ 1982 ਦਾ ਇਹ ਮਾਮਲਾ 1982 ਤੋਂ ਇਹ ਮਾਮਲਾ ਕੋਰਟ ਕਚਹਿਰੀਆਂ ਦੇ ਵਿੱਚ ਚੱਲਦਾ ਆ ਰਿਹਾ ਔਰ ਨੌਬਤ ਇਹ ਆ ਗਈ ਕਿ ਮੰਦਿਰ ਢਾਣ ਤੱਕ 500 ਸਾਲ ਪੁਰਾਣੇ ਮੰਦਿਰ ਦਾ ਇਤਿਹਾਸ ਖਤਮ ਕਰਨ ਦੀ ਨੌਬਤ ਆ ਗਈ। ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ। ਡਾਕਟਰ ਦਲਜੀਤ ਸਿੰਘ ਚੀਮਾ ਮੌਜੂਦ ਨੇ, ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ। ਬਲਵਿੰਦਰ ਸਿੰਘ ਕੰਗ ਸਾਹਿਬ ਮੌਜੂਦ ਨੇ, ਬੁਲਾਰੇ ਨੇ ਪੰਜਾਬ ਬੀਜੇਪੀ ਦੇ। ਕੁਵਿੰਦਰ ਮਿੱਤਲ ਸਾਹਿਬ ਬੁਲਾਰੇ ਨੇ ਆਮ ਆਦਮੀ ਪਾਰਟੀ ਦੇ। ਪ੍ਰੋਫੈਸਰ ਮਨਜੀਤ ਸਿੰਘ ਜੀ ਸਿਆਸੀ ਮਾਹਰ ਨੇ। ਜੀਵਨ ਸਿੰਘ ਜੀ ਜੁੜੇ ਹੋਏ ਨੇ, ਚੇਅਰਮੈਨ ਨੇ ਸ਼ਡਿਊਲਡ ਕਾਸਟ ਐਂਟਰਪ੍ਰੀਨਿਓਰ ਇੰਪਾਵਰਮੈਂਟ ਫੋਰਮ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਜਲੰਧਰ ਤੋਂ ਜੁੜ ਰਹੇ ਨੇ ਜੀਵਨ ਸਿੰਘ ਜੀ। ਸ਼ੁਰੂਆਤ ਮੈਂ ਕੰਗ ਸਾਹਿਬ ਤੁਹਾਡੇ ਤੋਂ ਕਰਾਂਗਾ, ਕਿਉਂਕਿ ਗੁੱਸਾ ਜਿਹੜਾ ਲੋਕਾਂ ਦੇ ਵਿੱਚ ਹੈਗਾ ਉਹ ਜਾਇਜ਼ ਵੀ ਹੈਗਾ। ਇੱਕ ਆਸਥਾ ਜੁੜੀ ਹੋਈ ਹੈ ਔਰ ਆਸਥਾ ਇਹ ਨਹੀਂ ਹੈ ਕਿ ਕਿਸੇ ਗੁਰਦੁਆਰਾ ਕਮੇਟੀ ਨੇ ਕੋਈ ਮੰਦਿਰ ਬਣਾਇਆ ਹੋਇਆ ਜਾਂ ਕਿਸੇ ਮੁਹੱਲੇ ਜਾਂ ਚੌਂਕ ਦੇ ਵਿੱਚ ਗੁਰਦੁਆਰਾ ਜਾਂ ਮੰਦਿਰ ਕੋਈ ਬਣਿਆ ਹੋਇਆ। ਇੱਕ ਇਤਿਹਾਸਿਕ ਮੰਦਿਰ 500 ਸਾਲ ਪੁਰਾਣਾ ਮੰਦਿਰ, ਉਸ ਨੂੰ ਇਸ ਤਰ੍ਹਾਂ ਢਾ ਦਿੱਤਾ ਜਾਵੇ, ਨਿਸਤੋ ਨਾਬੂਦ ਕਰ ਦਿੱਤਾ ਜਾਵੇ। ਗੁੱਸਾ ਤੁਹਾਡੀ ਸਰਕਾਰ ਲਈ ਵੀ ਹੈ ਔਰ ਲੋਕਾਂ ਦਾ ਗੁੱਸਾ ਦਿੱਲੀ ਸਰਕਾਰ ਤੇ ਵੀ ਹੈਗਾ। ਨਹੀਂ, ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਹਰਪ੍ਰੀਤ ਜੀ। ਬੜਾ ਅਨਫੋਰਚੂਨੇਟ ਮੰਦਭਾਗਾ ਇਹ ਸਾਰਾ ਐਪੀਸੋਡ ਹੋਇਆ। ਇੰਨਾ ਇਤਿਹਾਸਿਕ ਔਰ ਗੁਰੂ ਰਵਿਦਾਸ ਜੀ ਮਹਾਰਾਜ ਨਾਲ ਸੰਬੰਧਿਤ ਇਹ ਜਗ੍ਹਾ ਬੜੀ ਇਤਿਹਾਸਿਕ ਹੈ ਔਰ ਲੱਖਾਂ ਕਰੋੜਾਂ ਲੋਕਾਂ ਦੀ ਆਸਥਾ ਔਰ ਸ਼ਰਧਾ ਦਾ ਇਹ ਕੇਂਦਰ ਹੈ। ਮੈਂ ਇਹਦੇ ਤੁਹਾਡੀ ਜਾਣਕਾਰੀ ਦੱਸ ਦੇਵਾਂ ਕਿ ਪਿਛਲੇ 80 ਦੇ ਦਹਾਕੇ ਤੋਂ ਇਸ ਜ਼ਮੀਨ ਦਾ ਮੈਟਰ, ਇਸ ਮੰਦਿਰ ਦੀ ਜ਼ਮੀਨ ਦਾ ਮੈਟਰ ਜਿਹੜਾ ਹੈਗਾ ਹੈ ਕੋਰਟ ਦੇ ਅੰਦਰ ਲੰਬਿਤ ਹੈ, ਚੱਲ ਰਿਹਾ ਹੈ। ਇਹ 9 ਅਗਸਤ ਨੂੰ ਸੁਪਰੀਮ ਕੋਰਟ ਦੀ ਇਹ ਡਾਇਰੈਕਸ਼ਨ ਆਈ ਹੈ। ਮੈਂ ਪਹਿਲੀ ਨਜ਼ਰ 'ਚ ਜੋ ਇਹ ਲੱਗਦਾ ਹਰਪ੍ਰੀਤ ਜੀ, ਕਿਤੇ ਨਾ ਕਿਤੇ ਦਿੱਲੀ ਸਰਕਾਰ ਇਹਨੂੰ ਮੰਦਿਰ ਦਾ ਜਿਹੜਾ ਪੱਖ ਹੈ ਔਰ ਜਿਸ ਤਰੀਕੇ ਨਾਲ ਲੋਕਾਂ ਦੀਆਂ ਭਾਵਨਾਵਾਂ ਦਾ, ਆਸਥਾ ਦਾ ਇਹ ਕੇਂਦਰ ਹੈ, ਉਸ ਚੀਜ਼ ਨੂੰ ਕੋਰਟ ਦੇ ਮਾਣਯੋਗ ਸੁਪਰੀਮ ਕੋਰਟ ਦੇ ਸਾਹਮਣੇ ਰੱਖ ਨਹੀਂ ਸਕੀ। ਇਸ ਕਰਕੇ ਡੀਡੀਏ ਨੇ ਔਰ ਤੇ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਇਹ ਕਾਰਵਾਈ ਕੀਤੀ ਹੈ। ਪਿਛਲੇ ਦਿਨ ਇਹ ਪੰਜਾਬ ਬੀਜੇਪੀ ਦੇ ਪ੍ਰਧਾਨ ਸਾਹਿਬ ਔਰ ਸੈਂਟਰ 'ਚ ਵਜ਼ੀਰ ਹੈ ਪੰਜਾਬ ਦੇ ਸੋਮ ਪ੍ਰਕਾਸ਼ ਜੀ, ਉਹ ਅੱਜ ਹਰਦੀਪ ਪੁਰੀ ਜੀ ਹੋਣਾ ਨੂੰ ਮਿਲੇ ਆ, ਸ਼ਹਿਰੀ ਵਿਕਾਸ ਮੰਤਰੀ ਜਿਹੜੇ ਭਾਰਤ ਸਰਕਾਰ ਦੇ। ਔਰ ਇਮੀਡੀਏਟਲੀ ਹਰਦੀਪ ਪੁਰੀ ਹੋਣਾ ਨੇ ਲੈਫਟੀਨੈਂਟ ਗਵਰਨਰ ਦਿੱਲੀ ਨਾਲ ਮੁਲਾਕਾਤ ਕੀਤੀ ਹੈ ਔਰ ਡੀਡੀਏ ਦੇ ਚੇਅਰਮੈਨ ਨਾਲ ਵੀ ਗੱਲਬਾਤ ਕੀਤੀ ਹੈ। ਔਰ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਕੰਗ ਸਾਹਿਬ ਇਹ ਹਰ ਵਾਰ ਇਹ ਕੀ ਹੁੰਦਾ ਕਿ ਬਾਅਦ ਦੇ ਵਿੱਚ ਜਦੋਂ ਐਡਾ ਵੱਡਾ ਕੋਈ ਘਟਨਾਕ੍ਰਮ ਹੋ ਗਿਆ ਉਸ ਤੋਂ ਬਾਅਦ ਤੁਸੀਂ ਜਿਹਨੂੰ ਮਰਜ਼ੀ ਬਿੱਲੀ ਜੋ ਹਾਲਾਤ ਵਿਗੜੇ ਨੇ ਕਿਸੇ ਵੀ ਪ੍ਰਾਚੀਨ ਮੰਦਿਰ ਗੁਰਦੁਆਰੇ ਨੂੰ ਢਾਣ ਤੋਂ ਬਾਅਦ ਕੀ ਤੁਸੀਂ ਦੁਬਾਰਾ ਉਸ ਦੀ ਪ੍ਰਾਚੀਨਤਾ ਲਿਆ ਕੇ ਦਿਖਾ ਦੋਗੇ? ਜਿਹੜਾ ਮੰਦਿਰ ਜਿਹੜਾ ਕਈ ਦਹਾਕੇ ਪਹਿਲਾਂ ਬਣਿਆ ਹੋਵੇ, ਉਹ ਜਿਸ ਨਕਸ਼ੇ ਨਾਲ ਬਣਿਆ ਹੋਵੇ, ਜਿਸ ਆਸਥਾ ਨਾਲ ਬਣਿਆ ਹੋਵੇ, ਤੋੜ ਕੇ ਤੁਸੀਂ ਕੋ ਅਸੀਂ ਦੁਬਾਰਾ ਬਣਾ ਦੇਾਂਗੇ, ਕੀ ਤੁਸੀਂ ਦੁਬਾਰਾ ਉਸੇ ਤਰ੍ਹਾਂ ਦਾ ਮੰਦਿਰ ਸਥਾਪਿਤ ਕਰ ਸਕਦੇ? ਮੈਂ ਆਪਣੇ ਪਹਿਲਾਂ ਵੀ ਇਹ ਹਰਪ੍ਰੀਤ ਜੀ ਗੱਲ ਕਹੀ ਵੀ ਕਿਤੇ ਨਾ ਕਿਤੇ ਦਿੱਲੀ ਸਰਕਾਰ ਦਾ ਜਿਹੜਾ ਲਾਅ ਆਫੀਸਰ ਸੀ ਉਸ ਪੱਖ ਨੂੰ ਕੋਰਟ ਆਨਰੇਬਲ ਸੁਪਰੀਮ ਕੋਰਟ ਦੇ ਸਾਹਮਣੇ ਰੱਖ ਨਹੀਂ ਸਕਿਆ। ਇਸ ਕਰਕੇ ਹੀ ਸੁਪਰੀਮ ਕੋਰਟ ਦਾ ਜਿਹੜੀ ਡਾਇਰੈਕਸ਼ਨ ਉਹਦੇ ਤੇ ਕੇਂਦਰ ਸਰਕਾਰ ਦੇ ਮੈਨੂੰ ਲੱਗਦਾ ਕੇਂਦਰ ਸਰਕਾਰ ਦੇ ਮੈਂ ਇੱਕ ਮਿੰਟ ਕੇਂਦਰ ਸਰਕਾਰ ਦੇ ਵਿੱਚ ਕੁਝ ਅਜਿਹੇ ਪੱਖ ਵੀ ਹੁੰਦੇ ਨੇ, ਕੁਝ ਅਜਿਹੇ ਸਿਧਾਂਤ ਵੀ ਹੁੰਦੇ ਨੇ ਜਿਹੜੇ ਸਾਨੂੰ ਦੱਸਦੇ ਨੇ ਕਿ ਕੀ ਲੋਕਾਂ ਦੇ ਪੱਖ ਦੇ ਵਿੱਚ ਹੈ, ਕੀ ਲੋਕਾਂ ਦੇ ਪੱਖ ਦੇ ਵਿੱਚ ਨਹੀਂ ਹੈ। ਕੀ ਤੁਹਾਡੀ ਸੀਆਈਡੀ ਇਹ ਦੱਸਣ ਦੇ ਵਿੱਚ ਫੇਲ ਨਹੀਂ ਹੋਈ ਕਿ ਤੁਸੀਂ ਜਿਹੜਾ ਮੰਦਿਰ ਢਾਣ ਜਾ ਰਹੇ ਹੋ ਉਸ ਦੇ ਨਾਲ ਲੱਖਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ, ਪੂਰੇ ਪੰਜਾਬ ਦੇ ਵਿੱਚ ਜਾਂ ਪੂਰੇ ਨਾਰਥ ਦੇ ਵਿੱਚ ਹੜਕੰਪ ਮਚ ਜਾਏਗਾ? ਕੀ ਇਹ ਸਮਝਣ ਤੇ ਸਮਝਾਉਣ ਦੇ ਵਿੱਚ ਕਿਤੇ ਨਾ ਕਿਤੇ ਕੋਤਾਹੀ ਨਹੀਂ ਹੋਈ? ਨਹੀਂ ਹਰਪ੍ਰੀਤ ਜੀ, ਦੇਖੋ ਕਈ ਲੱਖਾਂ ਹਜ਼ਾਰਾਂ ਕੋਰਟ 'ਚ ਮੈਟਰ ਚੱਲਦੇ ਆ ਹਰ ਤਰ੍ਹਾਂ ਦੇ। ਮੈਨੂੰ ਲੱਗਦਾ ਹੈ ਵੀ ਸਰਕਾਰ, ਭਾਰਤ ਸਰਕਾਰ ਨੂੰ ਖਾਸ ਕਰ ਇਸ ਇਸ਼ੂ ਦੇ ਬਾਰੇ ਕੱਲ ਤੋਂ ਪਹਿਲਾਂ ਜਾਣਕਾਰੀ ਬਹੁਤ ਜ਼ਿਆਦਾ ਨਹੀਂ ਸੀ ਔਰ ਇਹ ਜੁਡੀਸ਼ੀਅਲ ਫੈਸਲਾ ਹੋਇਆ ਹੈ। ਮੈਂ ਵਾਰ-ਵਾਰ ਕਹਿਣਾ
ਅੱਜ ਭਾਰਤ ਸਰਕਾਰ ਦੀ ਨਿਗਾਹ 'ਚ ਇਹ ਗੱਲ ਆਈ ਹੈ, ਮੈਨੂੰ ਲੱਗਦਾ ਬਹੁਤ ਜਲਦੀ ਇਹਦੇ ਤੇ ਬੜਾ ਚੰਗਾ ਫੈਸਲਾ ਹੋਊਗਾ ਜਿਹਦੇ ਲੋਕਾਂ ਦੀਆਂ ਭਾਵਨਾਵਾਂ, ਆਸਥਾ ਔਰ ਸ਼ਰਧਾ ਦਾ ਵੀ ਧਿਆਨ ਰੱਖਿਆ ਜਾਊਗਾ। ਮਿੱਤਲ ਸਾਹਿਬ, ਇਹ ਤਾਂ ਸਾਰਾ ਠੀਕ ਰਿਹਾ, ਦਿੱਲੀ ਸਰਕਾਰ ਤੇ ਪੰਨ ਰਹੇ ਨੇ। ਦੇਖੋ ਹਰਪ੍ਰੀਤ ਜੀ, ਗੱਲ ਇਹ ਆ, ਭਗਤ ਰਵਿਦਾਸ ਜੀ ਦੇਖੋ ਕੱਲੇ ਇੱਕ ਖਾਸ ਫਿਰਕੇ ਦੇ ਪੂਜਨੀ ਹੈ, ਸਾਡੇ ਸਾਰਿਆਂ ਦੇ ਉਹ ਪੂਜਨੀਏ ਨੇ, ਅਸੀਂ ਸਾਰੇ ਉਹਨਾਂ ਦਾ ਸਤਿਕਾਰ ਕਰਦੇ ਹਾਂ, ਇੱਕ ਬਹੁਤ ਵੱਡੀ ਹਸਤੀ ਨੇ ਉਹ। ਮਤਲਬ ਜਿਹੜਾ ਇਹ ਮੰਦਿਰ ਦਾ ਦੇਖੋ ਇਸ਼ੂ ਹੈ, ਪਹਿਲੀ ਗੱਲ ਤਾਂ ਇਹ ਹੈ ਕਿ ਅਗਰ ਸੁਪਰੀਮ ਕੋਰਟ ਅੱਜ ਮੰਨ ਰਹੀ ਹੈ ਕਿ ਇਹ ਮੰਦਿਰ ਗੈਰ ਕਾਨੂੰਨੀ ਢੰਗ ਨਾਲ ਬਣਿਆ ਹੋਇਆ ਸੀ, ਤਾਂ ਪਹਿਲੀ ਗੱਲ ਦਾ ਸਵਾਲ ਇਹ ਹੈ ਕਿ 1954 ਦੇ ਵਿੱਚ ਇਹ ਮੰਦਿਰ ਕਿਵੇਂ ਬਣ ਗਿਆ, ਜਾਂ ਅਗਰ 1954 ਦੇ ਵਿੱਚ ਇਹ ਮੰਦਿਰ ਬਣਿਆ ਤਾਂ ਉਦੋਂ ਇਹਦੀ ਉਸਾਰੀ ਕਰਨ ਤੋਂ ਕਿਉਂ ਨਹੀਂ ਰੋਕਿਆ ਗਿਆ। ਅਗਲੀ ਗੱਲ, ਹੁਣ ਇੱਥੇ ਕਾਂਗਰਸ ਦਾ ਕੋਈ ਬੁਲਾਰਾ ਨਹੀਂ ਹੈ, 1982 ਦੇ ਵਿੱਚ ਜਾਂ 83 ਦੇ ਵਿੱਚ ਉਹਨਾਂ ਦੀ ਸਰਕਾਰ ਸੀ ਜਦੋਂ ਇਹ ਲੈਂਡ ਅਕਵਾਇਰ ਕੀਤੀ ਹੈ ਡੀਡੀਏ ਨੇ, ਠੀਕ ਹੈ ਜੀ। ਡੀਡੀਏ ਜਿਹੜੀ ਹੈਗੀ ਟੋਟਲੀ ਦਿੱਲੀ ਡਿਵੈਲਪਮੈਂਟ ਅਥਾਰਟੀ ਹੈ, ਤੁਹਾਡੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਜਿਹੜੀ ਕਿ ਕੇਂਦਰ ਸਰਕਾਰ ਦੇ ਅਧੀਨ ਹੈ। ਪਿਛਲੀ ਵਾਰ ਵੀ ਜਿੰਨੇ ਵੀ ਮਾਮਲੇ ਸੰਵਿਧਾਨ ਦੇ ਵਿੱਚ ਕਲੀਅਰ ਹੈ ਕਿ ਦਿੱਲੀ ਸਰਕਾਰ ਦਾ ਜਿਹੜਾ ਚੀਫ ਮਿਨਿਸਟਰ ਆ ਉਹਦੇ ਪ੍ਰਵਿਊ ਤੋਂ ਲੈਂਡ ਆਰਡਰ ਤੇ ਲੈਂਡ ਜਿਹੜੀ ਹੈਗੀ ਬਾਹਰ ਆ। ਅਸੀਂ ਹਮੇਸ਼ਾ ਸਾਡੀ ਜਿਹੜੀ ਲੜਾਈ ਉੱਥੇ ਇਹੀ ਚੱਲਦੀ ਆ। ਹੁਣ ਇਹਨਾਂ ਨੇ ਸਾਡੇ ਤੇ ਐਲੀਗੇਸ਼ਨ ਲਾਤਾ, ਮੈਂ ਭਾਜਪਾ ਦੇ ਜਿਹੜੇ ਬੁਲਾਰੇ ਬੈਠੇ ਨੇ, ਪਰ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ 9 ਅਗਸਤ ਨੂੰ ਸੁਪਰੀਮ ਕੋਰਟ ਦਾ ਫੈਸਲਾ ਆਇਆ, ਜਿਸ ਤਰੀਕੇ ਨਾਲ ਡੀਡੀਏ ਨੇ ਬੜੀ ਤੇਜ਼ੀ ਨਾਲ ਅਗਲੇ ਦਿਨ ਹੀ 10 ਅਗਸਤ ਨੂੰ ਮੰਦਿਰ ਡਿਮੋਲਿਸ਼ ਕੀਤਾ, ਤਾਂ ਉਹਦੇ ਵਿੱਚ ਜਿਹੜੀ ਦਿੱਲੀ ਸਰਕਾਰ ਦੀ ਜਿਹੜੀ ਸੈਂਟਰ ਗਵਰਨਮੈਂਟ ਦੇ ਅਧੀਨ ਜਿਹੜੀ ਪੁਲਿਸ ਹੈ ਦਿੱਲੀ ਦੀ, ਉਹਨੂੰ ਨਾਲ ਲੈ ਕੇ ਗਏ ਨੇ। ਐਮਸੀਡੀ ਉੱਥੇ ਦੀ ਜਿਹੜੀ ਹੈਗੀ ਮਿਊਨਿਸਪਲ ਕਾਰਪੋਰੇਸ਼ਨ, ਉਹ ਬੀਜੇਪੀ ਦੇ ਅੰਡਰ ਆ, ਪੁਲਿਸ ਬੀਜੇਪੀ ਦੇ ਅੰਡਰ ਹੈ, ਐਲਜੀ ਬੀਜੇਪੀ ਦੇ ਅੰਡਰ ਹੈ, ਤੇ ਫਿਰ ਸਾਡਾ ਉਹਦੇ ਚ ਕੀ ਰੋਲ ਆ? ਸਾਡਾ ਇੱਕ ਕੇਸ ਤੁਸੀਂ ਸਹੀ ਤਰ੍ਹਾਂ ਪ੍ਰੋਟੈਕਟ ਨਹੀਂ ਕਰ ਪਾਏ ਕੇਸ। ਨਹੀਂ ਦੇਖੋ, ਸਾਡਾ ਅਸੀਂ ਕੇਸ ਦੇ ਵਿੱਚ ਪਾਰਟੀ ਕਿੱਥੋਂ ਆ ਗਏ? ਕੇਸ ਚੱਲਦਾ ਰਵਿਦਾਸ ਮੈਨੇਜਮੈਂਟ ਕਮੇਟੀ ਦਾ ਤੇ ਡੀਡੀਏ ਦਾ। ਦਿੱਲੀ ਸਰਕਾਰ ਦਾ ਉਹਦੇ ਚ ਕੀ ਰੋਲ ਆ? ਐਲਜੀ ਸਾਹਿਬ ਨੇ ਜਦੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਅਦਾਲਤਾਂ 'ਚ ਕੇਸ ਲੜਦੇ ਨੇ ਸੈਂਟਰ ਸਰਕਾਰ ਦੇ, ਉਹ ਤਾਂ ਵੱਡੇ ਤੋਂ ਵੱਡੇ ਮਹਿੰਗੇ ਤੋਂ ਮਹਿੰਗੇ ਵਕੀਲ ਅਪਾਇੰਟ ਕਰਦੇ ਨੇ, ਕਿ ਹੁਣ ਕਿਉਂ ਨਾ ਕੀਤੇ ਵਕੀਲ ਅਪਾਇੰਟ ਰਵਿਦਾਸ ਮੰਦਿਰ ਕਮੇਟੀ ਦੇ? ਆਲਰੇਡੀ ਦਿੱਲੀ ਸਰਕਾਰ ਕੋਲ ਲਾਅ ਅਫਸਰਾਂ ਦੀ ਟੀਮ ਹੈ। ਨਹੀਂ, ਦਿੱਲੀ ਸਰਕਾਰ ਕਿਵੇਂ ਕਰ ਸਕਦੀ ਹੈ? ਦਿੱਲੀ ਸਰਕਾਰ ਦੇ ਪ੍ਰਵਿਊ ਤੋਂ ਬਾਹਰ ਹੈ। ਤੁਸੀਂ ਗੱਲ ਨੂੰ ਸਮਝੋ ਕਾਕਾ ਸਾਹਿਬ। ਨਹੀਂ, ਤੁਸੀਂ ਮੇਰੀ ਗੱਲ ਸਮਝੋ। ਤੁਸੀਂ ਇਹ ਇੱਕ ਪੱਖ ਦੇ ਰਹੇ ਹੋ। ਨਹੀਂ, ਕਿਵੇਂ? ਤੁਸੀਂ ਮੈਨੂੰ ਇੱਕ ਵੀ ਡਾਕੂਮੈਂਟ ਇਹੋ ਜਿਹਾ ਦਿਖਾ ਦਿਓ, ਇੱਕ ਵੀ ਸੁਪਰੀਮ ਕੋਰਟ ਦੀ ਜੱਜਮੈਂਟ ਦਾ, ਹਾਈ ਕੋਰਟ ਦੀ ਜੱਜਮੈਂਟ ਦਾ ਇਹੋ ਜਿਹਾ ਵੇਰਵਾ ਦਿਖਾ ਦਿਓ ਜਿਹਦੇ 'ਚ ਦਿੱਲੀ ਸਰਕਾਰ ਪਾਰਟੀ ਹੋਵੇ, ਜਾਂ ਜਿਹਦੇ 'ਚ ਦਿੱਲੀ ਸਰਕਾਰ ਨੇ ਕੋਈ ਆਪਣਾ ਪੱਖ ਰੱਖਿਆ ਹੋਵੇ, ਜਾਂ ਦਿੱਲੀ ਸਰਕਾਰ ਨੂੰ ਬੁਲਾਇਆ ਗਿਆ ਹੋਵੇ। ਮੈਟਰ ਇਜ਼ ਪਿਓਰਲੀ ਬਿਟਵੀਨ ਦੀ ਡੀਡੀਏ ਐਂਡ ਦੀ ਰਵਿਦਾਸ ਮੰਦਿਰ ਕਮੇਟੀ। ਹੁਣ ਡੀਡੀਏ ਨੂੰ ਰਿਪਰੈਜ਼ੈਂਟ ਕੌਣ ਕਰਦਾ? ਡੀਡੀਏ ਦਾ ਮਾਲਕ ਕੌਣ ਹੈ? ਐਲਜੀ। ਡੀਡੀਏ ਦਾ ਮਾਲਕ ਕੌਣ ਹੈ? ਹਰਦੀਪ ਪੁਰੀ, ਸ਼ਹਿਰੀ ਵਿਕਾਸ ਮੰਤਰਾਲਾ ਜਿਨ੍ਹਾਂ ਕੋਲੇ ਆ। ਡੀਡੀਏ ਦੇ ਆਪਣੇ ਵਕੀਲ ਨੇ, ਐਲਜੀ ਸਾਹਿਬ ਦੇ ਆਪਣੇ ਵਕੀਲ ਨੇ, ਤੇ ਜਿਹੜੇ ਰਵਿਦਾਸ ਮੰਦਿਰ ਕਮੇਟੀ ਦੇ ਉਹਨਾਂ ਦੇ ਆਪਣੇ ਵਕੀਲ ਨੇ। ਅਗਰ ਤੁਸੀਂ ਮੈਨੂੰ ਇਹ ਗੱਲ ਦੱਸੋ, ਅਗਰ ਸੁਪਰੀਮ ਦਿੱਲੀ ਦੇ ਵਿੱਚ ਇੰਨੀਆਂ ਅਣਅਧਿਕਾਰਤ ਕਲੋਨੀਆਂ ਦਾ ਮਾਮਲਾ, ਇੰਨੀ ਗੈਰ ਕਾਨੂੰਨੀ ਉੱਥੇ ਉਸਾਰੀ ਹੋਈ ਵੀ ਹੈ, ਜਦੋਂ ਉਹਨਾਂ ਨੂੰ ਢਾਉਣ ਦਾ ਮਾਮਲਾ ਆਉਂਦਾ, ਜਦੋਂ ਗੈਰ ਕਾਨੂੰਨੀ ਕਲੋਨੀਆਂ ਨੂੰ ਪੱਕੇ ਕਰਨ ਦਾ ਮਾਮਲਾ ਆਉਂਦਾ, ਉਦੋਂ ਤਾਂ ਡੀਡੀਏ ਉੱਥੇ ਰੋਕ ਲਾਉਂਦੀ ਆ। ਉਹ ਤਾਂ ਡੀਡੀਏ ਹੋਣ ਨਹੀਂ ਦਿੰਦੀ। ਪਰ ਇਹ ਕਿਹੜੀ ਆਫਤ ਆ ਗਈ ਸੀ ਜਿਹੜੀ ਰਾਤੋਂ ਰਾਤ 9 ਅਗਸਤ ਨੂੰ ਫੈਸਲਾ ਆਇਆ, 10 ਅਗਸਤ ਨੂੰ ਅਸੀਂ ਮੰਦਿਰ ਡਿਮੋਲਿਸ਼ ਕਰਤਾ। ਠੀਕ ਹੈ, ਇੱਕ ਮਿੰਟ ਮਿੱਤਲ ਸਾਹਿਬ, ਦੋ ਧਿਰਾਂ ਨੇ, ਇੱਕ ਧਿਰ ਹੈਗੀ ਹੈ ਮੰਦਿਰ ਕਮੇਟੀ ਔਰ ਦੂਜੀ ਧਿਰ ਡੀਡੀਏ ਹੈ। ਇਸ ਲਈ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਦਿੱਲੀ ਸਰਕਾਰ ਦੀ ਕੋਈ ਇਨਵੋਲਵਮੈਂਟ ਹੈ ਨਹੀਂ? ਦਿੱਲੀ ਸਰਕਾਰ ਦੀ ਕੀ ਇਨਵੋਲਵਮੈਂਟ ਹੈ ਦੱਸੋ ਮੈਨੂੰ। ਦਿੱਲੀ ਸਰਕਾਰ ਦਾ ਜਦੋਂ ਲੈਂਡ ਅਕਵਾਇਰ ਹੋਈ ਉਦੋਂ ਦਿੱਲੀ ਸਰਕਾਰ ਦਾ ਕੋਈ ਰੋਲ ਨਹੀਂ ਹੈ। ਇਹ ਕੇਸ ਅਦਾਲਤ ਚੱਲਿਆ ਉਦੋਂ, ਜਦੋਂ ਮੰਦਿਰ ਡਿਮੋਲਿਸ਼ ਹੋਇਆ ਉਦੋਂ ਦਿੱਲੀ ਸਰਕਾਰ ਦਾ ਕੋਈ ਰੋਲ ਨਹੀਂ ਹੈ। ਮਾਮਲਾ ਸਾਰਾ ਡੀਡੀਏ ਦਾ ਹੈਗਾ। ਉਦੋਂ ਹਰਦੀਪ ਪੁਰੀ ਜੀ ਨੂੰ ਇਹਦੇ ਤੇ ਨੋਟਿਸ ਲੈਣਾ ਚਾਹੀਦਾ ਸੀਗਾ। ਠੀਕ ਹੈ, ਇੱਕ ਮਿੰਟ ਚੀਮਾ ਸਾਹਿਬ, ਮੈਂ ਤੁਹਾਡਾ ਰਿਐਕਸ਼ਨ ਜ਼ਰੂਰ ਚਾਹਨਾ ਕਿ ਜਿਹੜਾ ਇਹ ਪੂਰਾ ਮਸਲਾ ਹੋਇਆ, ਇਹ ਅਜਿਹਾ ਨਹੀਂ ਲੱਗਦਾ ਕਿ ਇਸ ਪੂਰੇ ਮਸਲੇ ਨੂੰ ਸ਼ਾਇਦ ਜਾਂ ਇਹ ਕਹਿ ਸਕਦੇ ਕਿ ਅਣਜਾਣਪੁਣੇ ਦੇ ਵਿੱਚ ਲਿਆ ਗਿਆ, ਜਾਂ ਇਹਨੂੰ ਇੰਨੇ ਗੰਭੀਰ ਤਰੀਕੇ ਨਾਲ ਲਿਆ ਹੀ ਨਹੀਂ ਗਿਆ ਕਿ ਇਸ ਦੇ ਅਜਿਹੇ ਪ੍ਰਣਾਮ ਵੀ ਹੋ ਸਕਦੇ ਨੇ? ਕਿਉਂਕਿ ਅਸੀਂ ਲਗਾਤਾਰ ਦੇਖਦੇ ਹਾਂ ਕਿ ਬੜੀਆਂ ਮੰਦਰਾਂ ਜਾਂ ਗੁਰਦੁਆਰਿਆਂ ਦੇ ਖਿਲਾਫ ਕੇਸ ਚੱਲਦੇ ਰਹਿੰਦੇ ਨੇ ਔਰ ਕਈ ਥਾਵਾਂ ਤੇ ਡਿਮੋਲਿਸ਼ ਵੀ ਹੋਏ ਨੇ। ਇਹ ਲੱਗਦਾ ਕਿ ਆਮ ਜਿਹਾ ਹੀ ਕੇਸ ਸਮਝ ਕੇ ਇਸ ਤੇ ਪੂਰੀ ਕਾਰਵਾਈ ਕੀਤੀ ਗਈ ਹੈ? ਦੇਖੋ, ਮੈਂ ਸਮਝਦਾ ਹਰਪ੍ਰੀਤ ਜੀ, ਜਿਹੜੀ ਇਸ ਡੈਮੋਲੀਸ਼ਨ ਨੇ ਜਾਂ ਅੱਜ ਦਾ ਜਿਹੜਾ ਬੰਦ ਹੈ, ਜਿਹੜਾ ਵਿਵਾਦ ਉੱਠਿਆ, ਇਹਨੇ ਕਈ ਜਿਹੜੇ ਵੱਡੇ ਸਵਾਲ ਖੜੇ ਕਰ ਦਿੱਤੇ। ਇੱਕ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ 70 ਸਾਲ ਤੋਂ ਵੱਧ ਸਮਾਂ ਸਾਨੂੰ ਆਜ਼ਾਦ ਹੋਇਆਂ ਨੂੰ ਹੋ ਗਿਆ ਜੀ। ਹਾਲੇ ਅਸੀਂ ਆਪਣੀ ਪੁਰਾਣੀ ਵਿਰਾਸਤ ਦੀ, ਇਤਿਹਾਸਕ ਥਾਵਾਂ ਦੀ ਕੀ ਅਹਿਮੀਅਤ ਹੈ, ਕਿੱਥੇ ਕਿੱਥੇ ਮੌਜੂਦ ਹੈ, ਉਹਨਾਂ ਦੀ ਪ੍ਰੋਪਰ ਆਇਡੈਂਟੀਫਿਕੇਸ਼ਨ ਕਰਕੇ ਉਹਨਾਂ ਨੂੰ ਅਸੀਂ ਸੰਭਾਲਣ ਦੇ ਵਿੱਚ ਅਸਫਲ ਹੋਏ ਹਾਂ। ਇਹ ਚੀਜ਼, ਇਹ ਵੀ ਫੈਸਲਾ ਜਿਹੜਾ ਆਇਆ, ਇਹ ਵਿਵਾਦ ਵੀ ਜਾ ਕਰਦਾ। ਇਸ ਤਰ੍ਹਾਂ ਦੇ ਹੋਰ ਵੀ ਵਿਵਾਦ ਦੇਸ਼ ਦੇ ਵਿੱਚ ਇਕੱਠੇ ਹੋਏ ਔਰ ਵੱਡੇ ਦੁੱਖ ਦੀ ਗੱਲ ਹੈ ਕਿ ਦੇਖੋ, ਇਹ ਜਿਹੜਾ ਸਥਾਨ ਹੈ, ਜਿਹੜਾ 500-600 ਸਾਲ ਤੋਂ ਪੁਰਾਣਾ ਇਤਿਹਾਸਕ ਸਥਾਨ ਹੈ, ਜਿਹੜਾ ਅੱਜ ਇਤਿਹਾਸ ਪੜ੍ਹਦੇ ਹਾਂ ਕਿ ਉਹ ਇੱਥੇ ਆਪ ਆਏ, ਉਹਨਾਂ ਦੇ ਚਰਨ ਪਏ। ਜੇ ਦਿੱਲੀ ਦੇ ਵਿੱਚ ਸਾਡਾ ਆਰਕੀਓਲੋਜੀ ਡਿਪਾਰਟਮੈਂਟ ਹਾਲੇ ਤੱਕ ਇਹ ਗੱਲ ਜਿਹੜਾ ਤਸਦੀਕ ਨਹੀਂ ਕਰ ਸਕਿਆ, ਜਦੋਂ ਕਿ ਹਿਸਟਰੀ ਦੇ ਵਿੱਚੋਂ ਵੀ ਰੈਫਰੈਂਸ ਦਿੱਤੇ ਜਾ ਰਹੇ ਆ ਕਿ ਉਸ ਵੇਲੇ ਦਾ ਜਿਹੜਾ ਹੁਕਮਰਾਨ ਸੀ ਉਹਨੇ ਜ਼ਮੀਨ ਦਿੱਤੀ, ਸਿਕੰਦਰ ਨੇ ਉਹਨਾਂ ਨੇ ਨਾਮ ਲਵਾਈ। ਇਹ ਚੀਜ਼ਾਂ ਮੈਂ ਸਮਝਦਾ ਕਿ ਡੀਡੀਏ ਨੂੰ ਵੀ ਵੈਰੀਫਾਈ ਕਰਾਉਣੀਆਂ ਜ਼ਰੂਰੀ ਸੀ ਕਿ ਇਹ ਕੋਈ ਇੱਕ ਕੱਲੀ ਜਿਹੜੀ ਹੈ ਗੁਰੂ ਰਵਿਦਾਸ ਦੇ ਨਾਂ ਤੇ ਜਿਹੜਾ ਜਨਤੀ ਸਮਾਰੋਹ ਸੁਸਾਇਟੀ ਬਣੀ ਹੈ, ਕੱਲੀ ਉਹਦੀ ਜ਼ਿੰਮੇਵਾਰੀ ਨਹੀਂ ਹੈ, ਸਾਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਕਿਉਂਕਿ ਗੁਰੂ ਰਵਿਦਾਸ ਜੀ ਦਾ ਜਿਹੜੀ ਕੰਟਰੀਬਿਊਸ਼ਨ ਹੈ ਸਾਡੇ ਦੇਸ਼ ਨੂੰ, ਸਾਡੇ ਇਤਿਹਾਸ ਨੂੰ, ਸਾਡੇ ਸਮਾਜ ਨੂੰ, ਉਹ ਕੋਈ ਛੋਟੀ ਜੀ ਨਹੀਂ ਹੈ, ਬਹੁਤ ਵੱਡੀ ਹੈ। ਕਿਉਂਕਿ ਉਸ ਵੇਲੇ ਜਦੋਂ ਜਾਤ ਪਾਤ ਦੇ ਖਿਲਾਫ, ਛੂਆ-ਛਾਤ ਦੇ ਖਿਲਾਫ ਐਡਾ ਵੱਡਾ ਇਨਕਲਾਬ ਖੜਾ ਕਰਨਾ, ਐਡੀ ਵੱਡੀ ਮਨੁੱਖਤਾ ਨੂੰ ਸੇਧ ਦੇਣੀ,
ਉਸ ਇਤਿਹਾਸ ਨੂੰ ਸੰਭਾਲ ਕੇ ਰੱਖਣਾ ਸਾਡੇ ਇੱਕ ਦੇਸ਼ ਦੀ ਸਾਂਝੀ ਵੱਡੀ ਜ਼ਿੰਮੇਵਾਰੀ ਹੈ, ਜਿਹਦੇ ਵਿੱਚ ਸਾਡੀਆਂ ਸਰਕਾਰਾਂ ਵੀ ਆਉਂਦੀਆਂ ਨੇ, ਸਾਡੀਆਂ ਅਦਾਲਤਾਂ ਵੀ ਆਉਂਦੀਆਂ। ਇੱਕ ਤਾਂ ਮੈਂ ਕੇਸ ਪੜ੍ਹ ਰਿਹਾ ਸੀ ਕਿ ਜਿਸ ਪੱਖ ਤੋਂ ਮੈਂ ਸਮਝਦਾ ਕਿ ਕੇਸ ਵਿਚਾਰਿਆ ਜਾਣਾ ਚਾਹੀਦਾ ਸੀ, ਪਹਿਲੀ ਤਾਂ ਇਤਿਹਾਸਿਕ ਮਹੱਤਤਾ ਜਦੋਂ ਕੋਰਟ ਕੀਤੀ ਜਾਂਦੀ ਹੈ ਤਾਂ ਉਹਦੇ ਜਿਹੜੇ ਆਰਕੀਓਲੋਜੀ ਡਿਪਾਰਟਮੈਂਟ ਤੋਂ ਰੈਫਰੈਂਸ ਲੈਣੇ, ਪੁਰਾਣਾ ਰਿਕਾਰਡ ਕੱਢਣਾ, ਉਸ ਵੇਲੇ ਦਾ ਸਿਕੰਦਰ ਦੇ ਵੇਲੇ ਦਾ ਰਿਕਾਰਡ ਕੱਢਣਾ, ਇਹ ਚੀਜ਼ਾਂ ਪਹਿਲਾਂ ਕੱਢੀਆਂ ਜਾਣੀਆਂ ਬਹੁਤ ਜ਼ਰੂਰੀ ਸੀ, ਕਿਉਂਕਿ ਕੋਈ ਕਾਹਲੀ ਨਹੀਂ ਹੁੰਦੀ। ਜੇ ਅੱਜ ਇੰਨੀ ਦੇਰ ਤੋਂ ਜਗ੍ਹਾ ਖਾਲੀ ਹੈ ਨਾ, ਕੋਈ ਉੱਥੇ ਸਮਾਨ ਤਾਂ ਡਿੱਗਣ ਨਹੀਂ ਲੱਗਿਆ। ਡੀਡੀਏ ਨੇ ਕੀ ਕਰਨਾ, ਵੱਧ ਤੋਂ ਵੱਧ 4 ਕੁਆਟਰ ਹੋਰ ਬਣਾਉਣੇ ਆ ਤੇ ਅਲਾਟਮੈਂਟ ਕਰਨੀ ਹੈ। ਹੋਰ ਉਸ ਤੋਂ ਵੱਡਾ ਕੰਮ ਡੀਡੀਏ ਕੋਲੇ ਕਿਹੜਾ ਕਿ ਜਿਹੜਾ ਇੱਕ ਇਤਿਹਾਸਿਕ ਚੀਜ਼ ਨੂੰ ਅਗਰ ਤੁਸੀਂ ਖਤਮ ਕਰਨ ਨੂੰ ਕਾਹਲੀ ਕਰੋਗੇ, ਕੱਲ ਨੂੰ ਦੁਬਾਰਾ ਤੁਸੀਂ ਉਹ ਇਤਿਹਾਸ ਜਿਹੜਾ ਉਹ ਕ੍ਰੀਏਟ ਕਰਕੇ ਨਹੀਂ ਦੇ ਸਕਦੇ। ਇਹ ਬਹੁਤ ਵੱਡੇ ਮੈਂ ਸਮਝਦਾ ਸਾਡੇ ਸਮਾਜ ਦੇ ਵਿੱਚ ਨੁਕਸ ਹੈ, ਜਿਹਨੂੰ ਅਸੀਂ ਤੂੰ ਮੈਂ ਨਹੀਂ, ਇਹਨਾਂ ਚੀਜ਼ਾਂ ਤੋਂ ਸਬਕ ਸਿੱਖਣਾ ਚਾਹੀਦਾ। ਇਹ ਫੈਸਲੇ ਵੀ ਗੰਭੀਰਤਾ ਨਾਲ ਹੋਣੇ ਚਾਹੀਦੇ ਆ। ਇਹਨਾਂ ਫੈਸਲਿਆਂ ਦੇ ਉੱਤੇ ਜਿਹੜੀ ਹੈ ਜਾਤ ਪਾਤ ਤੋਂ ਉੱਚ ਨੀਚ ਤੋਂ ਉੱਪਰ ਉੱਠ ਕੇ, ਧਰਮਾਂ ਤੋਂ ਉੱਪਰ ਉੱਠ ਕੇ ਹੋਣੇ ਚਾਹੀਦੇ ਆ, ਔਰ ਅਸਲੀਅਤ ਨੂੰ ਬੇਸ ਕਰਕੇ ਰੱਖਣੇ ਚਾਹੀਦੇ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖ ਕੇ ਹੋਣੇ ਚਾਹੀਦੇ ਆ। ਇਹਦੇ ਚ ਬਿਊਰੋਕ੍ਰੈਟਿਕ ਇਨਸੈਂਸਿਟਿਵਿਟੀ ਵੀ ਨਜ਼ਰ ਆਉਂਦੀ ਹੈ, ਕਿਉਂਕਿ ਸਰਕਾਰਾਂ ਦੇ ਲੈਵਲ ਤੇ ਵੀ ਨਿਗਰਾਨੀ ਹੋ ਸਕਦੀ, ਲੇਕਿਨ ਵੱਡੀ ਜ਼ਿੰਮੇਵਾਰੀ ਹੈ ਕਿ ਜਿਹੜੇ ਅਫਸਰ ਡੀਡੀਏ ਦੇ ਵਿੱਚ ਇੰਨੇ ਸਾਲਾਂ ਤੋਂ ਬੈਠੇ ਆ ਜੀ, ਕਿ ਉਹਨਾਂ ਨੂੰ ਨਹੀਂ ਪਤਾ ਕਿ ਇੱਕ ਸਾਡਾ ਧਾਰਮਿਕ ਸੰਸਥਾ ਦੇ ਨਾਲ ਵਿਵਾਦ ਚੱਲ ਰਿਹਾ, ਅਸੀਂ ਕੋਰਟ ਨੂੰ ਟੈਕਨੀਕਲੀ ਝੂਠਿਆਂ ਕਰਕੇ ਅਗਰ ਆਪਾਂ ਆਪਣੇ ਹੱਕ 'ਚ ਵੀ ਕਰਾ ਲਾਂਗੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਕਬਜ਼ਾ ਲੈਣਾ ਤਾਂ ਇਹ ਭਾਵਨਾਵਾਂ ਦਾ ਸਵਾਲ ਬਣੇਗਾ ਕਿ ਉਹਦੀ ਡਿਊਟੀ ਨਹੀਂ ਬਣਦੀ ਕਿ ਇਹ ਚੀਜ਼ਾਂ ਪਹਿਲਾਂ ਗਵਰਨਮੈਂਟ ਨੂੰ ਸਹਿਮਤ ਹਾਂ। ਤੁਸੀਂ ਇਹ ਜ਼ਰੂਰ ਕਹਿ ਰਹੇ ਹੋ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ, ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਤਰ੍ਹਾਂ ਦਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਇਹ ਲੱਗਦਾ ਨਹੀਂ ਕਿ ਖਾਸ ਫਿਰਕੇ ਦੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋਊਗੀ ਕਿ ਤੁਸੀਂ ਸਾਡਾ ਮੰਦਿਰ ਢਾ ਦਿੱਤਾ, ਔਰ ਵੈਸੇ ਇੰਨੇ ਸਾਰੇ ਵਿਵਾਦ ਚੱਲ ਰਹੇ ਨੇ, ਵੈਸੇ ਇੰਨੀਆਂ ਥਾਵਾਂ ਤੇ ਨਜਾਇਜ਼ ਜਾਇਜ਼ ਜਗ੍ਹਾ ਦੇ ਵਿਵਾਦ ਚੱਲ ਰਹੇ ਨੇ, ਉੱਥੇ ਤਾਂ ਕੋਈ ਕਾਰਵਾਈ ਹੋਈ ਨਹੀਂ, ਤੁਸੀਂ ਸਾਡਾ ਪੁਰਾਤਨ ਮੰਦਿਰ ਜ਼ਰੂਰ ਢਾ ਦਿੱਤਾ। ਕੁਦਰਤੀ ਗੱਲ ਹੈ ਕਿ ਜਿਸ ਸੁਸਾਇਟੀ ਨੂੰ ਲੰਬੇ ਸਮੇਂ ਤੋਂ ਇਤਿਹਾਸ ਦੇ ਵਿੱਚ ਦਬਾ ਕੇ ਰੱਖਿਆ ਗਿਆ ਹੋਵੇ, ਜਿਹਦੇ ਨਾਲ ਇਨਜਸਟਿਸ ਹੋਇਆ ਹੋਵੇ, ਉਹਦੇ ਨਾਲ ਜਦੋਂ ਦੁਬਾਰਾ ਇਨਜਸਟਿਸ ਹੁੰਦਾ ਤੇ ਕੁਦਰਤੀ ਗੱਲ ਹੈ ਉਹ ਭਾਵਨਾਵਾਂ ਜਿਹੜੀਆਂ ਪੁਰਾਣੀਆਂ ਜੁੜ ਕੇ ਤੇ ਉਹ ਚੀਜ਼ਾਂ ਬਾਹਰ ਨਜ਼ਰ ਆਉਂਦੀਆਂ ਨੇ, ਔਰ ਉਸ ਚੀਜ਼ ਦਾ ਪ੍ਰਗਟਾਵਾ ਹੋਣਾ ਕੁਦਰਤੀ ਹੈ। ਇਸ ਕਰਕੇ ਕਿਸੇ ਨੂੰ ਬਲੇਮ ਨਹੀਂ ਕੀਤਾ ਜਾ ਸਕਦਾ, ਪਰ ਮੈਂ ਸਮਝਦਾ ਕਿ ਸਾਡਾ ਸਿਸਟਮ ਇਹਨਾਂ ਗੱਲਾਂ ਤੋਂ ਜ਼ਰੂਰ ਬਹੁਤ ਵੱਡੀ ਮਾਰ ਖਾ ਰਿਹਾ ਕਿ ਅਸੀਂ ਬੜੀ ਵੱਡੀ ਅਚੀਵਮੈਂਟ ਸਮਝਦੇ ਹਾਂ ਕਿ ਇਹ ਅਸੀਂ ਇਹਦਾ ਕਬਜ਼ਾ ਲੈਣਾ। ਬਹੁਤ ਥਾਵਾਂ ਨੇ ਹੋਰ ਜਿੱਥੇ ਕਬਜ਼ੇ ਲੈਣੇ ਜਿਹੜੇ ਨਹੀਂ ਲਏ ਜਾ ਰਹੇ। ਜੇ ਇੱਕ ਡੀਡੀਏ ਦੀ ਉੱਥੇ ਕੋਈ ਹੋਰ ਦੁਕਾਨਦਾਰਾਂ ਦਾ ਰੌਲਾ ਹੁੰਦਾ, ਗਿਣਤੀ ਵੱਧ ਹੁੰਦੀ ਤੇ ਸ਼ਾਇਦ ਦਿੱਲੀ ਸਰਕਾਰ ਵੀ ਚਲੀ ਜਾਂਦੀ ਉੱਥੇ ਕ੍ਰੇਨ ਦੇ ਅੱਗੇ ਰੁਕਣ ਵਾਸਤੇ। ਸਾਡੇ ਜਲੰਧਰ ਇੱਕ ਐਮਐਲਏ ਚਲਾ ਗਿਆ ਸੀ ਜਦੋਂ, ਪਰ ਇੱਥੇ ਕੋਈ ਨਹੀਂ ਗਿਆ। ਠੀਕ ਹੈ ਇਸ ਕਰਕੇ ਇਹ ਜਿਹੜੀਆਂ ਪ੍ਰੋਫੈਸਰ ਸਾਹਿਬ ਇਸ ਪੂਰੇ ਘਟਨਾਕ੍ਰਮ ਨੂੰ ਤੁਸੀਂ ਗਲਤੀ ਮੰਨਦੇ ਹੋ, ਅਣਜਾਣਪੁਣਾ ਮੰਨਦੇ ਹੋ, ਜਾਂ ਫਿਰ ਜਿਹੜੀ ਗੱਲ ਆ ਰਹੀ ਹੈ ਕਿ ਇਹ ਅਫਸਰਾਂ ਤੱਕ ਹੀ ਗੱਲ ਰਹਿ ਗਈ, ਸਰਕਾਰ ਦੇ ਕੰਨਾਂ ਤੱਕ ਗੱਲ ਪਈ ਨਹੀਂ, ਇਸ ਲਈ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਜਿਵੇਂ ਕੰਗ ਸਾਹਿਬ ਨੇ ਕਿਹਾ? ਨਾ ਗਲਤੀ ਆ ਨਾ ਅਣਜਾਣਪੁਣਾ ਆ ਹਰਪ੍ਰੀਤ ਜੀ, ਬੇਰੁਖੀ ਹੈਗੀ ਆ ਕਿ ਇਹਨਾਂ ਦਾ ਕੀ ਆ, ਇਹ ਦਲਿਤ ਹੈਗੇ ਆ। ਪਿਛਲੇ ਸਾਲ ਵੀ 2 ਅਪ੍ਰੈਲ ਨੂੰ ਭਾਰਤ ਬੰਦ ਇਹਨਾਂ ਦਲਿਤਾਂ ਨੇ ਕੀਤਾ ਸੀ ਤੇ ਇਹਦੇ ਨਾਲੋਂ ਵੀ ਵੱਡੇ ਪੱਧਰ ਤੇ ਰਿਜ਼ੈਂਟਮੈਂਟ ਹੋਈ ਸੀ। ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਉਹਦੇ ਚ ਇਹਨਾਂ ਨੇ, ਮੈਂ ਉਹਦੇ ਵਿੱਚ ਵੀ ਇਨਵੋਲਵ ਸੀ, ਅੱਜ ਵੀ ਮੈਂ ਜਾ ਕੇ ਜਗ੍ਹਾ ਜਗ੍ਹਾ ਦੇਖਿਆ ਕਿ ਕੀ ਹੋ ਰਿਹਾ, ਕੀ ਗਰਾਊਂਡ ਦੇ ਉੱਤੇ ਲੋਕ ਕੀ ਸੋਚ ਰਹੇ ਆ। ਉਹਦੇ ਚ ਵੀ ਇਹਨਾਂ ਨੇ SC ST ਐਕਟ ਨੂੰ ਕਮਜ਼ੋਰ ਕਰਨ ਦੇ ਵਿੱਚ, ਉਹ ਵੀ ਸੁਪਰੀਮ ਕੋਰਟ ਦਾ ਹੀ ਫੈਸਲਾ ਸੀ ਤੇ ਉਦੋਂ ਵੀ ਸਰਕਾਰ ਕਹਿੰਦੀ ਸੀ ਸਾਡਾ ਕੀ ਹੈ ਜੀ, ਇਹ ਤਾਂ ਸੁਪਰੀਮ ਕੋਰਟ ਨੇ ਫੈਸਲਾ ਲਿਆ। ਫਿਰ ਉਹ ਫੈਸਲੇ ਨੂੰ ਜਾ ਕੇ ਪਾਰਲੀਮੈਂਟ ਚ ਲਿਜਾ ਕੇ ਦੁਬਾਰਾ ਉਸ ਨੂੰ ਰੈਸਟੀਟਿਊਟੋ ਐਕਟ ਨੂੰ ਦੁਬਾਰਾ ਕਰੈਕਟ ਕੀਤਾ ਗਿਆ ਸੀਗਾ ਤੇ ਸੁਪਰੀਮ ਕੋਰਟ ਦਾ ਵੀ ਮੂੰਹ ਜੱਜਾਂ ਦਾ ਬੰਦ ਕੀਤਾ ਗਿਆ ਸੀ। ਇਸ ਤਰੀਕੇ ਨਾਲ ਜਦੋਂ ਕੋਈ ਦਲਿਤ ਦਾ, ਕਮਜ਼ੋਰ ਦਾ, ਜਿਹੜਾ ਦੁਬਲਾ ਆ, ਜਿਹੜਾ ਅਪਰੈਸਡ ਆ, ਉਹਦਾ ਮਸਲਾ ਹੋਵੇ ਤੇ ਉਹਨੂੰ ਪ੍ਰੋਟੈਕਸ਼ਨ ਦੇਣੀ ਜਾਂ ਉਹਦਾ ਧਿਆਨ ਰੱਖਣਾ ਸਰਕਾਰਾਂ ਦਾ ਕੰਮ ਹੁੰਦਾ। ਉਹ ਆਪਣੇ ਆਪ ਨੂੰ ਆਪ ਨਹੀਂ ਕਰ ਸਕਦੇ ਕਿਉਂਕਿ ਉਹ ਹੈ ਹੀ ਦੁਬਲੇ, ਜਿਹੜੇ ਹੈ ਹੀ ਕਮਜ਼ੋਰ, ਆਰਥਿਕ ਤੌਰ ਤੇ, ਲੀਗਲ ਤੌਰ ਤੇ, ਪੜ੍ਹਾਈ ਦੇ ਤੌਰ ਤੇ, ਹਰ ਇੱਕ ਤਰੀਕੇ ਨਾਲ ਜਿਹੜੇ ਆ ਉਸ ਦੀ ਪ੍ਰੋਟੈਕਸ਼ਨ ਜਿਹੜੀ ਆ ਉਹ ਸਰਕਾਰਾਂ ਹੀ, ਤਾਂ ਹੀ ਤਾਂ ਰਿਜ਼ਰਵੇਸ਼ਨ ਹੁੰਦੀ ਆ, ਤਾਂ ਹੀ ਤਾਂ ਉਹਨਾਂ ਨੂੰ ਸਪੈਸ਼ਲ ਸਟੇਟਸ ਦਿੱਤਾ ਜਾਂਦਾ, ਤਾਂ ਕਿ ਕਿਉਂਕਿ ਬਰਾਬਰ ਦੇ ਬਾਕੀਆਂ ਦੇ ਮੁਕਾਬਲੇ 'ਚ ਨਹੀਂ ਉਤਰ ਸਕਦੇ। ਹੁਣ ਰਹੀ ਗੱਲ ਇਹੋ ਜਿਹੇ ਸਥਾਨਾਂ ਦੀ, ਜਦੋਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਹੋਮ ਮਿਨਿਸਟਰ ਸਾਡੇ ਸਰਦਾਰ ਪਟੇਲ, ਜਿਨ੍ਹਾਂ ਦਾ 182 ਮੀਟਰ ਉੱਚਾ ਹੁਣ ਆਪਾਂ ਬੁੱਤ ਬਣਾਇਆ ਹੈਗਾ, ਉਹਨਾਂ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਸੋਮਨਾਥ ਮੰਦਿਰ ਦਾ ਗੁਜਰਾਤ ਦੇ ਵਿੱਚ ਰਿਪੇਅਰ ਕਰਵਾਈ ਸੀ। ਇਹ ਸਾਰਿਆਂ ਨੂੰ ਪਤਾ ਹੈ ਤੇ ਹਿਸਟੋਰੀਕਲ ਫੈਕਟ ਹੈਗਾ। ਇੱਕ ਪਾਸੇ ਇਹ ਲੋਕ ਕੀ ਸੋਚਣਗੇ ਕਿ ਸਾਡੇ ਜਿਹੜੇ ਸੰਵਿਧਾਨ 'ਚ ਹੱਕ ਹਕੂਕ ਆ ਉਹਨਾਂ ਨੂੰ ਤਾਂ ਲਗਾਤਾਰ ਪੇਤਲਾ ਕੀਤਾ ਜਾ ਰਿਹਾ, ਉਹਨੂੰ ਓਵਰਸ਼ੈਡੋ ਕੀਤਾ ਜਾ ਰਿਹਾ, ਔਰ ਹੁਣ ਇਹ ਜਿਹੜਾ ਇੱਕ ਧਰਮ ਦੀ ਆਸਥਾ ਦੀ ਗੱਲ ਆ, ਉਹ 700 ਕਨਾਲ ਦੀ ਗੱਲ ਕਰ ਰਹੇ ਆ। ਇਹ ਛੋਟੀ ਗੱਲ ਨਹੀਂ ਹੈਗੀ। 700 ਕਨਾਲ ਤੋਂ ਤੁਸੀਂ 3 ਏਕੜ ਤੱਕ ਉਹਨਾਂ ਨੂੰ ਸੀਮਿਤ ਕਰਤਾ। ਉੱਥੇ ਤਲਾਬ ਆ, ਉੱਥੇ ਖੂਹ ਆ, ਉੱਥੇ ਜਗਜੀਵਨ ਰਾਮ ਜੀ ਵੀ ਗਏ ਸਨ 59 ਦੇ ਵਿੱਚ। ਸਾਰਾ ਕੁਝ ਉਹਨਾਂ ਦੇ ਕੋਲ ਜਿੰਨਾ ਕੁ ਵੀ ਉਹ ਰਿਕਾਰਡ ਰੱਖ ਸਕੇ, ਜਿੰਨਾ ਕੁ ਉਹਨਾਂ ਨੂੰ ਲੋੜ ਸੀਗੀ।
ਤੁਸੀਂ 3 ਏਕੜ ਜਗ੍ਹਾ ਵੀ ਐਡੇ ਵੱਡੇ ਸਮੁਦਾਇ ਨੂੰ ਨਹੀਂ ਦੇ ਸਕਦੇ। ਦਿੱਲੀ ਦੇ ਡੀਡੀਏ ਦੇ 4 ਮਕਾਨ, ਬਿਲਕੁਲ ਚੀਮਾ ਜੀ ਨੇ ਬਿਲਕੁਲ ਮੈਨੂੰ ਸਹੀ ਲੱਗਾ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਕਿ 4 ਮਕਾਨ ਹੋਰ ਪਾ ਕੇ ਕੀ ਕਰ ਲੋਗੇ, ਭੀੜ ਭੜੱਕਾ ਹੀ ਕਰੋਗੇ ਉੱਥੇ। ਉਹਨੂੰ ਜਿਸ ਤਰ੍ਹਾਂ ਸਾਡੇ ਕੋਲ ਦੇਖੋ, ਸਾਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਉਹਦੇ ਤੇ ਦੁਬਾਰਾ ਬਣ ਗਿਆ ਜਾਂ ਇਹ ਬਣ ਗਿਆ, ਇੰਨਾ ਸੌਖੀ ਗੱਲ ਨਹੀਂ ਜਿਹੜੀ ਹਰਪ੍ਰੀਤ ਜੀ ਤੁਸੀਂ ਗੱਲ ਕਹਿ ਰਹੇ ਆ। ਅਕਾਲ ਤਖਤ ਨੂੰ ਦੁਬਾਰਾ ਬਣਾਉਣਾ, ਪਰ ਜੋ ਸੈਂਟੀਮੈਂਟਸ ਦੋ ਸਿੱਖਾਂ ਦੇ ਸਮੁਦਾਇ ਦੇ ਦਿਲ ਦੇ ਵਿੱਚ ਉਹਦੇ ਦੇਖੇ ਨੂੰ ਰੋਂਦੇ ਅੱਜ ਵੀ, ਜਦੋਂ ਉਦੋਂ ਕਿਤੇ ਫੋਟੋ ਦੇਖ ਲੈਂਦੇ ਆ, ਉਹਦਾ ਤੁਸੀਂ ਕੌਣ ਭਰਪਾਈ ਕਰ ਸਕਦਾ? ਉਹ ਦੁਬਾਰਾ ਇੱਟਾਂ ਗਾਰਾ ਜਾਂ ਸੋਨਾ ਨਹੀਂ ਕਰ ਸਕਦਾ ਹੁੰਦਾ। ਇਸ ਕਰਕੇ ਜਿਹੜੇ ਸੈਂਟੀਮੈਂਟ ਆ ਉਹ ਉਸ ਮਿੱਟੀ ਗਾਰੇ ਜਾਂ ਪੱਥਰ ਜਾਂ ਬਿਲਡਿੰਗ 'ਚ ਨਹੀਂ ਹੁੰਦੇ, ਉਹ ਲੋਕਾਂ ਦੀ ਇੱਕ ਵਿਸ਼ਵਾਸ ਦੇ ਜਦੋਂ ਬੇਵਿਸ਼ਵਾਸੀ ਵਿੱਚ ਬਦਲਦਾ ਹੈ, ਜਦੋਂ ਉਹਦੇ ਤੇ ਚੋਟ ਲੱਗਦੀ ਹੈ ਤੇ ਬੜਾ ਗੁੱਸਾ ਆਉਂਦਾ। ਇਹ ਗੁੱਸਾ ਜਿਹੜਾ ਅੱਜ ਤੁਸੀਂ ਸਾਰਾ ਟੀਵੀ ਤੇ ਦਿਖਾਇਆ, ਸੜਕਾਂ ਦੇ ਉੱਤੇ ਪੱਧਰ ਤੇ ਦਿਖਾਇਆ, ਉਹਦਾ ਕਾਰਨ ਇਹ ਹੈ ਕਿ ਇੱਕ ਆਸਥਾ ਟੁੱਟਦੀ ਹੈਗੀ। ਔਰ ਦੂਜੀ ਗੱਲ ਰਹੀ ਕਿ ਇਹ ਤੇ ਜੀ ਸੁਪਰੀਮ ਕੋਰਟ ਦਾ ਫੈਸਲਾ ਆ ਜੀ, ਇਹਦੇ 'ਚ ਅਸੀਂ ਕੀ ਕਰ ਸਕਦੇ ਹਾਂ? ਜੇ ਸਾਬਰੀ ਮਾਲਾ ਮੰਦਿਰ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਨਹੀਂ, ਉੱਥੇ ਜਾ ਕੇ ਬੀਜੇਪੀ ਵਾਲੇ ਜਾਂ ਹੋਰ ਲੋਕ ਕਿਉਂ ਕਹਿੰਦੇ ਕਿ ਅਸੀਂ ਔਰਤ ਨੂੰ ਅੰਦਰ ਨਹੀਂ ਜਾਣ ਦੇਣਾ? ਉੱਥੇ ਜਦੋਂ ਕੇਰਲਾ ਗਵਰਨਮੈਂਟ ਅੰਦਰ ਭੇਜਦੀ ਆ ਫੜ ਕੇ ਉੱਥੇ ਸਾਰਿਆਂ ਨੂੰ ਕੱਟੇ, ਤੇ ਤੁਸੀਂ ਦੋ ਜਿਹੜੇ ਮਿਆਰ ਨਹੀਂ ਰੱਖ ਸਕਦੇ। ਸਟੈਂਡਰਡ ਨਹੀਂ ਹੋ ਸਕਦੇ। ਹਾਂ ਬਿਲਕੁਲ, ਇੱਕ ਮੁਲਕ ਦੇ ਵਿੱਚ ਜਦੋਂ ਇੱਕ ਦੀ ਗੱਲ ਕਰਦੇ ਹੋ ਤਾਂ ਇੱਕ ਹੋਣਾ ਚਾਹੀਦਾ। ਬਿਲਕੁਲ। ਲਾਸਟ ਗੱਲ ਮੈਂ ਜਿਹੜੀ ਕਹਿੰਦਾ ਕਿ ਰਾਮ ਮੰਦਿਰ ਦਾ ਅਯੋਧਿਆ ਦੇ ਵਿੱਚ 150 ਸਾਲ ਤੋਂ ਵਿਵਾਦ ਚੱਲ ਰਿਹਾ, ਉੱਥੇ ਅਜੇ ਕੋਈ ਸੁਪਰੀਮ ਕੋਰਟ ਦਾ ਫੈਸਲਾ ਨਹੀਂ। ਸਾਰੀਆਂ ਕੁਝ ਤਿਆਰੀਆਂ, ਮਾਰ ਪੱਥਰ ਪੁੱਥਰ ਤਿਆਰ ਕਰਕੇ ਬੁੱਤ ਵੀ ਬਣਾ ਕੇ ਰੱਖਿਆ ਕਿ ਜਦੋਂ ਵੀ ਫੈਸਲਾ ਹੋਏ ਜਾਂ ਨਾ ਹੋਏ ਅਸੀਂ ਕਰਨਾ ਹੀ ਕਰਨਾ। ਇਹ ਗੱਲਾਂ ਤੋਂ ਬੇਵਿਸ਼ਵਾਸੀ ਪੈਦਾ ਹੁੰਦੀ ਹੈ ਕਿ ਇੰਜ ਨਹੀਂ ਹੋਣਾ ਚਾਹੀਦਾ। ਸਰਕਾਰ ਨੂੰ ਥੋੜਾ ਜਿਹਾ ਜ਼ਿਆਦਾ ਧਿਆਨ ਦੇਣਾ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। 500 ਸਾਲ ਪੁਰਾਣੇ ਮੰਦਿਰ ਦਾ, ਇੱਕ ਇਤਿਹਾਸਿਕ ਮੰਦਿਰ ਦਾ ਐਡਾ ਵੱਡਾ ਇਤਿਹਾਸ ਹੈ ਤੇ ਉਸ ਨੂੰ ਇਸ ਤਰ੍ਹਾਂ ਡੀਡੀਏ ਵੱਲੋਂ ਖਤਮ ਕਰ ਦਿੱਤਾ ਗਿਆ। ਮੈਂ ਕਹਾਂਗਾ ਕਿ ਸਿਰਫ ਮੰਦਿਰ ਖਤਮ ਨਹੀਂ ਕੀਤਾ ਗਿਆ, ਇਤਿਹਾਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਤੇ ਵਿਚਾਰ ਚਰਚਾ ਚੱਲ ਰਹੀ ਹੈ। ਜੀਵਨ ਸਿੰਘ ਜੀ, ਜਿਹੜਾ ਅੱਜ ਅਸੀਂ ਪੰਜਾਬ ਬੰਦ ਦੀ ਕਾਲ ਦੇਖੀ ਹੈ ਜਾਂ ਕੱਲ ਪਰਸੋਂ ਤੋਂ ਲਗਾਤਾਰ ਅਸੀਂ ਧਰਨੇ ਪ੍ਰਦਰਸ਼ਨ ਦੇਖ ਰਹੇ ਹਾਂ, ਕੁਝ ਲੋਕ ਅਜਿਹੇ ਵੀ ਨੇ, ਕੁਝ ਧਿਰਾਂ ਅਜਿਹੀਆਂ ਵੀ ਨੇ, ਹੋ ਸਕਦਾ ਉਹ ਆਪਣੇ ਪੱਖ ਤੇ ਠੀਕ ਵੀ ਹੋਣ, ਕਿ ਇਹ ਤਰੀਕਾ ਉਹਨਾਂ ਨੂੰ ਲੱਗਦਾ ਕਿ ਠੀਕ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਖੱਜਲ ਖੁਆਰ ਕਰੋ, ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਪਹੁੰਚਾਓ, ਬੱਸਾਂ ਨਹੀਂ ਚੱਲਦੀਆਂ, ਟ੍ਰੇਨਾਂ ਨਹੀਂ ਚੱਲਦੀਆਂ, ਆਵਾਜਾਈ ਰੁਕ ਜਾਂਦੀ ਹੈ। ਕੋਈ ਹੋਰ ਵੀ ਤਰੀਕਾ ਹੋ ਸਕਦਾ ਹੈ ਆਪਣੀਆਂ ਗੱਲਾਂ ਮਨਾਉਣ ਦੇ ਲਈ? ਹਰਪ੍ਰੀਤ ਜੀ, ਇਹ ਤੁਹਾਡੀ ਗੱਲ ਵਾਜਬ ਹੈ, ਲੇਕਿਨ ਇਸ ਤੋਂ ਇਲਾਵਾ ਕੋਈ ਡੈਮੋਕ੍ਰੇਸੀ ਵਿੱਚ ਕੋਈ ਚਾਰਾ ਨਹੀਂ ਹੈ। ਜੀ ਸੁਣ ਰਹੇ ਜੀਵਨ ਸਿੰਘ ਜੀ, ਬੋਲੋ ਤੁਸੀਂ। ਇੱਕ ਦੋ ਚੀਜ਼ਾਂ ਜਿਹੜੀਆਂ ਮੈਂ ਇਹਦੇ ਨਾਲ ਜਿਹੜੇ ਹੋਰ ਐਡ ਕਰਨੀਆਂ ਚਾਹੁੰਦਾ। ਮੈਂ ਸਾਰੇ ਬੁਲਾਰਿਆਂ ਨੂੰ ਸੁਣ ਰਿਹਾ ਸੀ ਜੀ। ਮੈਂ ਸਾਰੇ ਬੁਲਾਰਿਆਂ ਨੂੰ ਸੁਣਿਆ। ਮੈਂ ਇੱਕ ਦੋ ਚੀਜ਼ਾਂ ਜੋ ਇਤਿਹਾਸਕ ਜਿਹੜੀਆਂ ਹੈਗੀਆਂ ਉਹ ਅੱਖੋਂ ਪਰੋਖੇ ਕੀਤੀਆਂ ਜਾ ਰਹੀਆਂ ਨੇ। ਜਿਸ ਵੇਲੇ ਸਿਕੰਦਰ ਲੋਧੀ ਨੇ ਗੁਰੂ ਰਵਿਦਾਸ ਜੀ ਦੇ ਨਾਲ ਵਾਰਤਾਲਾਪ ਕੀਤਾ ਜੀ, ਉਸ ਵੇਲੇ ਸਿਕੰਦਰ ਲੋਧੀ ਲਗਾਤਾਰ ਯੁੱਧ ਕਰਦਾ ਹੋਇਆ ਉਹ ਆਪਣੇ ਮੁਸਲਿਮ ਧਰਮ ਨੂੰ ਉਹ ਜ਼ਬਰਦਸਤੀ ਕਨਵਰਸ਼ਨ ਵਾਸਤੇ ਆਪਣੇ ਜ਼ਬਰਦਸਤੀ ਕਰ ਰਿਹਾ ਸੀ ਜੀ। ਉਸ ਵੇਲੇ ਗੁਰੂ ਰਵਿਦਾਸ ਜੀ ਦੇ ਅੱਗੇ ਉਸ ਵੇਲੇ ਦੀ ਸੰਗਤ ਨੇ, ਲੋਕਾਂ ਨੇ ਫਰਿਆਦ ਕੀਤੀ ਕਿ ਇਸ ਨੂੰ ਸਿਕੰਦਰ ਲੋਧੀ ਨੂੰ ਜਿਹੜਾ ਇਹਦੇ ਜ਼ੁਲਮ ਤੋਂ ਸਾਨੂੰ ਬਚਾਇਆ ਜਾਵੇ। ਔਰ ਸਿਕੰਦਰ ਲੋਧੀ ਨੇ ਬਹੁਤ ਹੱਥਕੰਡੇ ਅਪਣਾਏ, ਅਖੀਰ ਵਿੱਚ ਗੁਰੂ ਜੀ ਨਾਲ ਵਾਰਤਾਲਾਪ ਕੀਤਾ ਔਰ ਉਸ ਵੇਲੇ ਉਹ ਗੁਰੂ ਜੀ ਦੇ ਅੱਗੇ ਨਤਮਸਤਕ ਹੋਇਆ। ਜੇ ਉਸ ਵੇਲੇ ਗੁਰੂ ਜੀ ਨੇ, ਗੁਰੂ ਰਵਿਦਾਸ ਜੀ ਨੇ ਸਿਕੰਦਰ ਲੋਧੀ ਨੂੰ ਪਰਾਸਤ ਨਾ ਕੀਤਾ ਹੁੰਦਾ ਤਾਂ ਅੱਜ ਪੂਰੇ ਭਾਰਤ ਦੇ ਵਿੱਚ ਹਿੰਦੂ ਧਰਮ ਦਾ ਜਾਂ ਹੋਰ ਅੱਜ ਜੋ ਬੈਠੇ ਆ ਕੋਈ ਨਾਮ ਲੇਵਾ ਨਾ ਹੁੰਦਾ। ਇਸ ਕਰਕੇ ਸਭ ਤੋਂ ਪਹਿਲਾਂ ਹਿੰਦ ਦੀ ਚਾਦਰ ਗੁਰੂ ਰਵਿਦਾਸ ਜੀ 1509 ਈਸਵੀ ਵਿੱਚ ਜਿਹੜੇ ਹੈਗੇ ਆ ਉਹ ਇਸ ਧਰਤੀ ਦੇ ਉੱਤੇ ਪ੍ਰਗਟ ਹੋਏ। ਨੰਬਰ 2, ਜੋ ਇਸ ਤਰ੍ਹਾਂ ਦੀਆਂ ਗੱਲਾਂ ਜੋ ਲੱਗ ਰਹੀਆਂ ਨੇ ਸੁਪਰੀਮ ਕੋਰਟ ਦੀ, ਇਸ ਤਰ੍ਹਾਂ ਦੇ ਇਹਦੇ ਵਿੱਚ ਜੋ ਜਲਦਬਾਜ਼ੀ ਔਰ ਡੀਡੀਏ ਦੀ ਇਹਦੇ ਵਿੱਚ ਜਲਦਬਾਜ਼ੀ ਜੀ, ਇਹਦੇ ਵਿੱਚ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਇਹਦੇ ਵਿੱਚ ਭੂ ਮਾਫੀਆ ਬਹੁਤ ਵੱਡੀ ਜਿਹੜੀ ਮਾਤਰਾ ਵਿੱਚ ਇਨਵੋਲਡ ਹੈ, ਜਿਸ ਦੀ ਜਿਹੜੀ ਪਰਖ ਹੋਣੀ ਚਾਹੀਦੀ ਆ ਕਿ ਅਗਰ ਭੂ ਮਾਫੀਆ ਦੇ ਵਿੱਚ ਇਨਵੋਲਵ ਨਾ ਹੁੰਦਾ ਤਾਂ ਇਹ ਚੀਜ਼ਾਂ ਜਿਹੜੀਆਂ ਇੰਨੀ ਜਲਦੀਆਂ ਮੈਚੁਰ ਨਹੀਂ ਹੋਣੀਆਂ ਸਨ। ਇਹਦੇ ਵਿੱਚ ਹਾਲਾਂਕਿ ਗੌਰਮੈਂਟ ਜਿਹੜੀਆਂ ਉਹਨਾਂ ਦੀ ਬੇਰੁਖੀ ਰਹੀ। ਸਾਡੇ ਸੰਤਾਂ ਵੱਲੋਂ ਇਹ 2011 ਤੋਂ ਇਹ ਮਸਲਾ ਪੰਜਾਬ ਦੇ ਵਿੱਚ ਸਾਨੂੰ ਪਤਾ ਲੱਗ ਚੁੱਕਾ ਸੀ ਜੀ। ਸਾਡੇ ਸੰਤਾਂ ਨੇ ਇਸ ਦੇ ਉੱਤੇ ਪੂਰੇ ਜੋ ਦਿੱਲੀ ਦੀਆਂ ਸਰਕਾਰਾਂ ਸਨ, ਭਾਰਤ ਸਰਕਾਰਾਂ ਸਨ, ਸਾਰਿਆਂ ਨੂੰ ਜਿਹੜਾ ਬਕਾਇਦਾ ਤੌਰ ਦੇ ਉੱਤੇ, ਲਿਖਤੀ ਤੌਰ ਦੇ ਉੱਤੇ ਔਰ ਡੈਪੂਟੇਸ਼ਨ ਰਾਹੀਂ ਅਸੀਂ ਜਿਹੜਾ ਖੁਦ ਮਿਲ ਕੇ ਆਏ। ਲੇਕਿਨ ਸਾਰੀ ਸਰਕਾਰਾਂ ਦੀ ਬੇਰੁਖੀ ਰਹੀ। ਹੁਣ ਵੀ ਪਿਛਲੇ 2 ਮਹੀਨੇ ਤੋਂ ਲਗਾਤਾਰ ਜਿਹੜਾ LG ਨੂੰ, ਗਵਰਨਮੈਂਟ ਆਫ ਇੰਡੀਆ ਨੂੰ, ਸਾਰੇ ਮੰਤਰੀ ਸਾਹਿਬਾਨਾਂ ਨੂੰ, ਸਾਰਿਆਂ ਨੂੰ ਇਹ ਚੀਜ਼ਾਂ ਦੱਸੀਆਂ ਗਈਆਂ ਸਨ ਕਿ ਇਹ ਜੇ ਅਗਰ ਸੁਪਰੀਮ ਕੋਰਟ ਦੇ ਵਿੱਚ ਸਹੀ ਪੱਖ ਜਿਸ ਗਵਰਨਮੈਂਟ ਨਹੀਂ ਰੱਖਦੀ
ਸਹੀ ਤੱਤ ਗੁਰੂ ਰਵਿਦਾਸ ਜੀ ਦੇ ਬਾਰੇ ਨਹੀਂ ਰੱਖਦੀ ਤਾਂ ਇਸ ਦੇ ਅਗਰ ਸੁਪਰੀਮ ਕੋਰਟ ਕੋਈ ਗਲਤ ਡਿਸੀਜਨ ਲੈ ਜਾਂਦਾ ਜਾਂ ਜਿਹੜੇ ਹੈਗੇ ਆ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਐਸਾ ਫੈਸਲਾ ਲੈਂਦਾ ਤਾਂ ਦੇਸ਼ ਦੇ ਵਿੱਚ ਹਾਲਾਤ ਜਿਹੜੇ ਆ ਬਦਤਰ ਹੋ ਸਕਦੇ ਆ। ਔਰ ਇਸ ਕਰਕੇ ਜੋ ਅੱਜ ਦੀ ਦਿਨ ਦੇ ਵਿੱਚ ਇਹ ਪੰਜਾਬ ਬੰਦ ਹੋਇਆ ਔਰ ਇਹਦੇ ਵਿੱਚ ਜਿਹੜਾ ਹੈਗਾ ਇਹ ਜਿੱਥੇ ਦਲਿਤ ਸਮਾਜ ਨੇ ਜਿਹੜਾ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ ਹੈਗਾ ਉਹਦੇ ਵਿੱਚ ਸਰਕਾਰਾਂ ਦੀ ਜਿਹੜੀ ਬੇਰੁਖੀ ਹੈਗੀ ਆ ਉਹਨਾਂ ਦੀ ਨੈਗੇਟਿਵਿਟੀ ਜਿਹੜੀ ਆ ਉਹ ਬਿਲਕੁਲ ਜਿਹੜੀ ਆ ਸਾਹਮਣੇ ਆ ਰਹੀ ਹੈਗੀ ਔਰ ਇਸ ਕਰਕੇ ਮੈਂ ਸਮਝਦਾ ਕਿ ਅੱਜ ਦਾ ਜੋ ਪੰਜਾਬ ਬੰਦ ਦਿੱਤਾ ਗਿਆ ਸੱਦਾ ਦਿੱਤਾ ਗਿਆ ਤੁਸੀਂ ਕਹਿੰਦੇ ਹੋ ਕਿ ਸਰਕਾਰ ਨੂੰ ਲੱਗਦਾ ਕੱਲ ਹੀ ਪਤਾ ਲੱਗਿਆ। ਇਹ ਕਹਿੰਦੇ ਨੇ ਕਿ ਵਾਰ-ਵਾਰ ਅਸੀਂ ਮੰਗ ਪੱਤਰ ਵੀ ਦੇ ਕੇ ਆਏ ਆ ਕਿ ਹਾਲਾਤ ਗੰਭੀਰ ਹੋ ਸਕਦੇ ਨੇ ਜੇ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਮੰਦਰ ਕਮੇਟੀ ਦੇ ਵਿਰੋਧ ਵਿੱਚ ਆਇਆ। ਹੁਣ ਤੁਸੀਂ ਦੱਸੋ। ਨਹੀਂ ਹਰਪ੍ਰੀਤ ਜੀ ਦੇਖੋ ਇਹ ਪਤਾ ਨਹੀਂ ਕਿਹੜੇ ਪਲੇਟਫਾਰਮ ਤੇ ਰੱਖ ਕੇ ਮੈਂ ਨਹੀਂ ਜਾਣਦਾ ਪਰ ਮੈਂ ਫਿਰ ਤੁਹਾਡੇ ਸਾਹਮਣੇ ਕਰਨੇ ਐਲਜੀ ਨੂੰ ਮਿਲੇ ਆ ਉਹ ਦਿੱਲੀ ਸਰਕਾਰ ਨੂੰ ਮਿਲੇ ਆ ਪੰਜਾਬ ਸਰਕਾਰ ਦਿੱਲੀ ਐਲਜੀ ਨੂੰ ਮਿਲੇ। ਚਲੋ ਮੈਂ ਫੇਰ ਵਾਰ-ਵਾਰ ਇਹ ਇੱਕ ਜੁਡੀਸ਼ੀਅਲ ਫੈਸਲਾ ਹੈ। ਰਾਮ ਮੰਦਿਰ ਵੀ ਆਸਥਾ ਦਾ ਕੇਂਦਰ ਹੈ। ਗੁਰੂ ਰਵਿਦਾਸ ਜੀ ਦਾ ਜਿਹੜਾ ਇਹ ਮੰਦਿਰ ਬਣ ਰਿਹਾ ਇਹ ਵੀ ਇੱਕ ਆਸਥਾ ਦਾ ਕੇਂਦਰ ਹੈ। ਸਬਰੀਮਾਲਾ ਵੀ ਆਸਥਾ ਦੀ ਗੱਲ ਹੈ। ਮੈਂ ਪ੍ਰੋਫੈਸਰ ਸਾਹਿਬ ਨੂੰ ਦਰੁਸਤ ਕਰਦਾ ਵੀ SC ST ਐਕਟ ਜਿਹੜਾ ਸੰਸ਼ੋਧਨ ਕੀਤਾ ਹੈ ਵੀ ਉਹ ਵੀ ਸਾਡੀ ਸਰਕਾਰ ਨੇ ਕੀਤਾ ਸੀ ਜਦੋਂ ਜ਼ਿਆਦਤੀ ਲੱਗੀ ਲੋਕਾਂ ਤੇ ਹੋ ਰਹੀ ਹੈ ਉਹ ਲੋਕ ਸਭਾ ਚ ਲਿਜਾ ਕੇ ਰਾਜ ਸਭਾ ਚ ਲਿਜਾ ਕੇ ਉਹਨਾਂ ਦੇ ਪ੍ਰੋਟੈਕਸ਼ਨ ਉਹਨਾਂ ਦੇ ਰਾਈਟ ਨੂੰ ਪ੍ਰੋਟੈਕਟ ਕੀਤਾ। ਇਸ ਕਰਕੇ ਭਾਰਤ ਸਰਕਾਰ ਦੀ ਜਿਸ ਤੱਕ ਗੱਲ ਹੈ ਲੋਕਾਂ ਦੀ ਜਿਹੜੀ ਆਸਥਾ ਹੈ ਜਿਸ ਭਾਵਨਾ ਉਹਦਾ ਹਮੇਸ਼ਾ ਉਹਨਾਂ ਨੇ ਖਿਆਲ ਰੱਖਿਆ। ਮੈਂ ਆਪਣੇ ਪਹਿਲੇ ਸੈਗਮੈਂਟ 'ਚ ਵੀ ਇਹ ਗੱਲ ਕਹੀ ਇਹ ਕਿਤੇ ਨਾ ਕਿਤੇ ਨਿਚਲੇ ਲੈਵਲ ਤੇ ਲਾਪਰਵਾਹੀ ਹੋਈ ਆ। ਕੱਲ ਜੇ ਇਹ ਇਸ਼ੂ ਉੱਭਰ ਕੇ ਆਇਆ ਤੇ ਅੱਜ ਮੈਂ ਤੁਹਾਨੂੰ ਸਾਰੀ ਗੱਲ ਦੱਸੀ ਕਿ ਮਿਨਿਸਟਰ ਜਿਹੜੇ ਸ਼ਹਿਰੀ ਆਵਾਸ ਹੈ ਹਰਦੀਪ ਪੁਰੀ ਜੀ ਉਹ ਵੀ ਅੱਜ ਲੈਫਟੀਨੈਂਟ ਗਵਰਨਰ ਨੂੰ ਮਿਲੇ ਆ ਔਰ ਆਪਸ਼ਨ ਦੇਖ ਰਹੇ ਆ। DDA ਦੇ ਚੇਅਰਮੈਨ ਨਾਲ ਵੀ ਅੱਜ ਉਹਨਾਂ ਨੇ ਮੀਟਿੰਗ ਕੀਤੀ 1 ਘੰਟਾ ਪਹਿਲਾਂ ਵੀ ਕੀ ਆਪਸ਼ਨ ਹੋ ਸਕਦੀ ਹੈ ਤਾਂ ਕਿ ਲੋਕਾਂ ਦੀ ਜਿਹੜੀ ਭਾਵਨਾ ਚਾਹੇ ਉਹ ਸਬਰੀਮਾਲਾ ਵਾਲੀ ਗੱਲ ਹੋਵੇ ਚਾਹੇ ਰਾਮ ਮੰਦਿਰ ਦੀ ਗੱਲ ਹੋਵੇ ਚਾਹੇ ਇਹ ਮੰਦਿਰ ਜਿੱਥੇ ਹਜ਼ਾਰਾਂ ਲੱਖਾਂ ਰਵਿਦਾਸ ਤੁਹਾਨੂੰ ਇਹਦੇ ਪਿੱਛੇ ਸਿਰਫ ਲਾਪਰਵਾਹੀ ਨਜ਼ਰ ਆ ਰਹੀ ਹੈ ਸਰ। ਮੈਨੂੰ ਲੱਗਦਾ ਹੈ ਵੀ ਕੇਸ ਨੂੰ ਪ੍ਰੈਜ਼ੈਂਟ ਕਰਨ ਚ ਕਿਤੇ ਨਾ ਕਿਤੇ ਕਮੀ ਰਹਿ ਗਈ ਆ ਕਿਉਂਕਿ ਆਪਾਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕਰ ਸਕਦੇ ਲੇਕਿਨ ਇਸ ਜਗ੍ਹਾ ਦੀ ਹਿਸਟੋਰੀਕਲ ਮਹੱਤਤਾ ਨੂੰ ਵੇਖ ਕੇ ਆਸਥਾ ਨੂੰ ਵੇਖ ਕੇ ਸੰਵੇਦਨਾ ਨੂੰ ਵੇਖ ਕੇ ਇਹਦੀ ਇੰਪੋਰਟੈਂਸ ਨੂੰ ਵੇਖ ਕੇ ਮੈਨੂੰ ਲੱਗਦਾ ਕੋਈ ਨਾ ਕੋਈ ਕਮੀ ਰਹਿ ਗਈ ਇਸ ਕਰਕੇ ਇਹੋ ਜਿਹਾ ਫੈਸਲਾ ਆਇਆ ਜਿਹੜੀ ਕਿ ਲੋਕਾਂ ਦੀ ਭਾਵਨਾ ਤੇ ਆਘਾਤ ਕਰਦਾ। ਮੈਂ ਨਿੱਕੀ ਜੀ ਇੰਟਰਵੈਂਸ਼ਨ ਕਰਨੀ ਚਾਹੁੰਦਾ ਬਾਕੀ ਤੇ ਠੀਕ ਹੈ ਕਿ 1.5 ਮਹੀਨਾ ਪਹਿਲਾਂ ਵੀ ਹਰਦੀਪ ਪੁਰੀ ਜੀ ਨੂੰ ਮਿਲੇ ਆ ਪੰਜਾਬ ਤੋਂ ਡੈਪੂਟੇਸ਼ਨ ਮਿਲੇ ਆ ਜਾ ਕੇ ਉਹ ਬੰਦਿਆਂ ਨੇ ਜਾ ਕੇ ਬਾਰ-ਬਾਰ ਟੀਵੀਆਂ ਤੇ ਵੀ ਆ ਕੇ ਦੱਸਿਆ ਔਰ ਉਹਨਾਂ ਨੂੰ ਸੁਣਿਆ ਹੀ ਨਹੀਂ ਗਿਆ ਗੌਲਿਆ ਹੀ ਨਹੀਂ ਗਿਆ ਵੀ ਇਹ ਕਿਹੜੀ ਗੱਲ ਹੈ ਛੱਡੋ ਪਰਾਂ ਇਹ ਪੁਰਾਣਾ ਮਾਮਲਾ ਆਪੇ ਜੋ ਹੋਊ ਜਿਵੇਂ ਹੋਊ। ਮੈਂ ਤਾਂ ਹੀ ਇਹ ਗੱਲ ਕਹਿਣਾ ਕਿ ਜਿਹੜੀ ਗਵਰਨਮੈਂਟ ਦੀ 1 ਮਿੰਟ ਜੀ ਗਵਰਨਮੈਂਟ ਦੀ ਬੇਰੁਖੀ ਹੈ ਕਿ ਇਹਨਾਂ ਦਾ ਕੀ ਹੈ। ਮੈਂ ਕਹਿ ਰਿਹਾ 2 ਅਪ੍ਰੈਲ ਵਾਲੇ ਇਨਸੀਡੈਂਟ ਤੋਂ ਬਾਅਦ ਪ੍ਰੋਫੈਸਰ ਸਾਹਿਬ ਸਰਕਾਰ ਲੋਕ ਸਭਾ ਚ ਲੈ ਕੇ ਆਈ ਬਿੱਲ SC ST ਦੇ ਜਿਹੜਾ ਸੰਸ਼ੋਧਨ ਹੋਇਆ 2 ਅਪ੍ਰੈਲ ਦੇ ਐਜੀਟੇਸ਼ਨ ਤੋਂ ਬਾਅਦ ਸਰਕਾਰ ਦੇ ਸੁਪਰੀਮ ਕੋਰਟ ਦਾ ਫੈਸਲਾ ਸੀ ਤੁਸੀਂ ਸਰਕਾਰ ਨੂੰ ਅਰਲੀ ਦੋਸ਼ੀ ਠਹਿਰਾ ਸਕਦੇ ਨਹੀਂ ਤੁਸੀਂ ਇੱਕ ਤਰਫਾ ਮਨ ਬਣਾ ਕੇ ਨਾ ਆਇਆ ਕਰੋ ਤੁਸੀਂ ਪੋਲੀਟੀਕਲ ਸਾਹਿਬ ਮੈਂ ਕੀ ਕਹਿ ਰਿਹਾ ਬੜੇ ਬੁੱਧੀਜੀਵੀ ਬੰਦੇ ਹੋ ਸੁਣ ਲਓ ਮੇਰੀ ਗੱਲ ਮੇਰੀ ਪੂਰੀ ਸੁਣ ਲਓ ਤੁਸੀਂ ਕਹਿ ਰਹੇ ਕਿ ਸਰਕਾਰ ਨੂੰ ਪਤਾ ਨਹੀਂ ਮੈਂ ਇਹ ਕਹਿ ਰਿਹਾ ਸਰਕਾਰ ਨੂੰ ਜਦ ਵਾਰਨਿੰਗ ਕੀਤੀ ਗਈ ਸਰਕਾਰ ਨੇ ਵੇਲੇ ਸਿਰ ਐਕਟ ਕਿਉਂ ਨਹੀਂ ਕੀਤਾ। ਇੱਕ ਮਿੰਟ ਮੈਂ ਥੋੜੀ ਜਿਹੀ ਡਿਬੇਟ ਅੱਗੇ ਵਧਾਉਣ ਦੋ ਚੀਮਾ ਸਾਹਿਬ ਇੱਕ ਗੱਲ ਬੜੀ ਦੇਖਣ ਵਾਲੀ ਹੈਗੀ ਹੈ ਕੋਈ ਵੀ ਮਸਲਾ ਹੁੰਦਾ ਹੈ ਤਾਂ ਕਈ ਪਾਰਟੀਆਂ ਵਿਰੋਧ ਦੇ ਵਿੱਚ ਖੜਦੀਆਂ ਨੇ ਕੋਈ ਹੱਕ ਦੇ ਵਿੱਚ ਖੜਦੀਆਂ ਨੇ। ਇਹ ਇੱਕ ਅਜਿਹਾ ਮਸਲਾ ਦੇਖਣ ਨੂੰ ਮਿਲਿਆ ਜਿਹਦੇ ਤੇ ਇਲਜ਼ਾਮ ਲੱਗ ਰਹੇ ਨੇ ਉਹ ਪਾਰਟੀ ਵੀ ਵਿਰੋਧ ਕਰਤਾਵਾਂ ਦੇ ਹੱਕ ਦੇ ਵਿੱਚ ਹੈ ਜਿਹੜੀਆਂ ਵਿਰੋਧੀ ਧਿਰਾਂ ਨੇ ਅਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਹੋਵੇ ਬਸਪਾ ਹੋਵੇ ਤੁਹਾਡੀ ਪਾਰਟੀ ਹੋਵੇ BJP ਹੋਵੇ ਉਹ ਵੀ ਇਹਨਾਂ ਦੇ ਹੱਕ ਦੇ ਵਿੱਚ ਖੜਦੇ ਫਿਰ ਵਿਰੋਧ ਹੋ ਕਿੱਦਾਂ ਰਿਹਾ ਇਹ ਸਮਝ ਤੋਂ ਬਾਹਰ ਹੈ ਜਾਂ ਫਿਰ ਇਹ ਸਿਆਸੀ ਮਜਬੂਰੀ ਹੈ ਕਿ ਤੁਹਾਨੂੰ ਠੀਕ ਹੈ ਜਾਂ ਗਲਤ ਹੈ ਇਹਨਾਂ ਦੇ ਹੱਕ ਦੇ ਵਿੱਚ ਖੜਨਾ ਪੈਣਾ। ਦੇਖੋ ਹੱਕ ਦੇ ਵਿੱਚ ਤੇ ਸਾਰੇ ਜਿਹੜਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸਤਿਕਾਰ ਹੈ ਉਹ ਬਹੁਤ ਵੱਡਾ ਕਿਉਂਕਿ ਗੱਲ ਕੱਲੀ ਦਲਿਤ ਵਰਗ ਦੀ ਨਹੀਂ ਹੈ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਨਾਲ ਉਹਨਾਂ ਦੀ ਬਾਣੀ ਦਰਜ ਕਰਕੇ ਏਡਾ ਵੱਡਾ ਉਹਨਾਂ ਨੂੰ ਜਿਹੜਾ ਮਾਨ ਦਿੱਤਾ ਤੇ ਕਿੱਡੀ ਵੱਡੀ ਉਹ ਸ਼ਖਸੀਅਤ ਸਨ ਇਸ ਕਰਕੇ ਉਹ ਗੱਲ ਸਮਝ ਆਉਂਦੀ ਹੈ। ਇਸ ਕਰਕੇ ਉਹਨਾਂ ਦਾ ਸਤਿਕਾਰ ਜਿਹੜਾ ਉਹ ਸਾਰਿਆਂ ਦੇ ਮਨ ਦੇ ਵਿੱਚ ਹੈ। ਇਸ ਲਈ ਜਦੋਂ ਪੁਰਾਤਨਤਾ ਦੀ ਗੱਲ ਚੱਲਦੀ ਹੈ ਕਿ ਪ੍ਰਾਚੀਨ ਮੰਦਿਰ ਸੀ ਇਤਿਹਾਸਕ ਚੀਜ਼ ਹੈ ਉਦੋਂ ਹਰ ਇੱਕ ਨੂੰ ਠੇਸ ਕੁਦਰਤੀ ਗੱਲ ਹੈ ਇਹ ਮਨ ਨੂੰ ਵੱਜਦੀ ਹੈ ਕਿ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਭਾਵੇਂ ਅਦਾਲਤ ਦੇ ਹੁਕਮਾਂ ਤੇ ਹੋਈਆਂ। ਮੈਂ ਸਮਝਦਾ ਕਿ ਸਾਨੂੰ ਕੋਈ ਸਿਸਟਮ ਦੇਸ਼ ਦੇ ਵਿੱਚ ਇਵਾਲਵ ਕਰਨਾ ਪੈਣਾ ਕਿ ਇਹ ਚੀਜ਼ਾਂ ਜਦੋਂ ਇੰਪਲੀਮੈਂਟ ਕਰਨ ਵੇਲੇ ਵੀ ਕੋਈ ਗੱਲ ਆਵੇ ਤਾਂ ਉਹਨੂੰ ਸੀਰੀਅਸਲੀ ਲਿਆ ਜਾਣਾ ਚਾਹੀਦਾ ਜਿਹੜਾ ਕਿ ਕੱਲਾ ਇਹ ਨਹੀਂ ਕਈ ਵਾਰੀ ਫੈਸਲੇ ਹੋ ਜਾਂਦੇ ਆ ਲੇਕਿਨ ਗਰਾਊਂਡ ਦੇ ਉੱਤੇ ਇੰਪਲੀਮੈਂਟੇਸ਼ਨ ਲੈਵਲ ਦੇ ਉੱਤੇ ਜਦੋਂ ਚੀਜ਼ ਸਾਹਮਣੇ ਆਉਂਦੀ ਹੈ ਤਾਂ ਕੋਈ ਨਾ ਕੋਈ ਸਾਡਾ ਜਿਹੜਾ ਹੈਗਾ ਜਿਹੜਾ ਜਸਟਿਸ ਸਿਸਟਮ ਦੇ ਵਿੱਚ
ਪ੍ਰੋਵੀਜ਼ਨ ਕਿਤੇ ਨਾ ਕਿਤੇ ਲਿਆਉਣੀ ਚਾਹੀਦੀ ਆ ਕਿ ਇਹੋ ਜਿਹੀ ਚੀਜ਼ ਨੂੰ ਲਾਸਟ ਮੋਮੈਂਟ ਤੇ ਵੀ ਰੋਕਿਆ ਜਾਣਾ ਚਾਹੀਦਾ। ਜ਼ਰੂਰੀ ਨਹੀਂ ਦਾਤਾ ਸਾਹਮਣੇ ਤੁਸੀਂ ਸਾਰੇ ਪੱਖ ਰੱਖੇ ਹੋ। ਮੰਦਰ ਛੋਟਾ ਨਹੀਂ ਹੁੰਦਾ, ਭਾਵੇਂ 1000 ਕਮਰੇ ਦਾ ਮੰਦਰ ਹੋਵੇ, ਭਾਵੇਂ 2 ਮਰਲੇ 'ਚ ਬਣਿਆ ਮੰਦਰ ਹੋਵੇ, ਜਿਸ ਜਿਹੜੀ ਸ਼ਖਸੀਅਤ ਦੀ ਯਾਦ ਦੇ ਵਿੱਚ ਮੰਦਰ ਹੈ ਉਹਦੀ ਅਹਿਮੀਅਤ ਜਿਹੜੀ ਹੈ ਉਹ ਉਹਦੇ ਬਰਾਬਰ ਹੀ ਹੈ, ਭਾਵੇਂ ਕੋਈ ਵੱਡਾ ਭਾਵੇਂ ਕੋਈ ਛੋਟਾ। ਇਸ ਕਰਕੇ ਮੈਂ ਕਿਹਾ ਕਿ ਇਨਸੈਂਸਿਟਿਵਿਟੀ ਹੈਗੀ ਹੈ ਇੰਪਲੀਮੈਂਟੇਸ਼ਨ ਦੇ ਲੈਵਲ ਦੇ ਉੱਤੇ। ਇੰਟੈਲੀਜੈਂਸ ਫੇਲਰ ਵੀ ਮੈਂ ਕਹਿ ਸਕਦਾ ਕਿ ਹੈਗਾ ਕਿ ਜਿਹੜੀਆਂ ਏਜੰਸੀਜ਼ ਦੇਸ਼ ਦੀਆਂ ਸਾਰੀਆਂ ਕੈਪੀਟਲ ਦੇ ਵਿੱਚ ਬੈਠੀਆਂ ਉਹਨਾਂ ਨੂੰ ਤੇ ਪਤਾ ਨਹੀਂ ਤੁਸੀਂ ਲੱਗਾ। ਦੂਜੇ ਦੇਸ਼ਾਂ ਦਾ ਕੀ ਪਤਾ ਕਰਕੇ ਕਰੋਗੇ ਜੇ ਘਰ ਦੇ ਵਿੱਚ ਐਡੀ ਵੱਡੀ ਅੱਗ ਲੱਗਣ ਵਾਲੀ ਆ ਤੇ ਉਹ ਤੁਸੀਂ ਟਾਈਮਲੀ ਰਿਪੋਰਟ ਨਹੀਂ ਕਰਦੇ ਤੇ ਮੈਂ ਸਮਝਦਾ ਬੜੀ ਵੱਡਾ ਫੇਲਰ ਹੈ। ਠੀਕ ਕਿ ਤੁਸੀਂ ਦੂਜੇ ਸਰਹੱਦਾਂ ਦੇ ਉੱਤੇ ਕੀ ਕੰਨ ਲਾ ਕੇ ਖੜੇ ਰਹੋਗੇ ਜੇ ਆਪਣੇ ਅੰਦਰ ਇੰਨੀ ਬੇਚੈਨੀ ਇੰਨੀ ਰੈਸਟਲੈਸਨੈਸ ਜਿਸ ਚੀਜ਼ ਨਾਲ ਹੋ ਸਕਦੀ ਆ ਉਹਨੂੰ ਤੁਸੀਂ ਪ੍ਰੋਪਰਲੀ ਔਨ ਰਿਕਾਰਡ ਦੇ ਵਿੱਚ ਨਹੀਂ ਲਿਆ ਸਕਦੇ। ਤੇ ਮੈਂ ਸਮਝਦਾ ਕਿ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਲਾਅ ਐਨਫੋਰਸਿੰਗ ਏਜੰਸੀਜ਼ ਇੰਟੈਲੀਜੈਂਸ ਏਜੰਸੀ ਬਹੁਤ ਵੱਡਾ ਉਹਨਾਂ ਦਾ ਫੇਲਰ। ਹਾਂਜੀ ਮਿੱਤਲ ਸਾਹਿਬ ਕੁਝ ਕਹਿ ਰਹੇ ਸੀ, ਫਿਰ ਮੈਂ ਅੱਗੇ ਵਧਾਂ। ਦੇਖੋ ਗੱਲ ਇਹ ਹੈ, ਜਿਸ ਤਰੀਕੇ ਨਾਲ ਮੈਂ ਫਿਰ ਵੀ ਕਹਿ ਦਿੰਦਾ, ਜਿਸ ਤਰੀਕੇ ਨਾਲ ਡੀਡੀ ਨੇ ਕਾਹਲ ਕੀਤੀ ਹੈ ਕਿ ਦੂਸਰੇ ਦਿਨ ਇਹ ਆਰਡਰ ਇੰਪਲੀਮੈਂਟ ਕਰਤਾ। ਡੀਡੀ ਇੱਕ ਕੀ ਹੈ, ਡੀਡੀ ਜਿਵੇਂ ਪੰਜਾਬ ਦੇ ਵਿੱਚ ਗਮਾਡਾ ਪੁੱਡਾ ਦਾ ਰੋਲ ਆ, ਉਸ ਤਰੀਕੇ ਨਾਲ ਡੀਡੀ ਇੱਕ ਉਦਾਂ ਦੀ ਅਥਾਰਟੀ ਆ। ਕਿੰਨੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਫੈਸਲੇ ਇਹੋ ਜਿਹੇ ਪਏ ਆ ਇਹਨਾਂ ਅਥਾਰਟੀਆਂ ਕੋਲੇ ਜਿਹੜੇ ਹਜੇ ਤੱਕ ਲਾਗੂ ਨਹੀਂ ਹੁੰਦੇ। ਮਤਲਬ ਇਹ ਉਹਨਾਂ ਦੇ ਡਿਲੇ ਕਿਸੇ ਨਾ ਕਿਸੇ ਬਹਾਨੇ ਨਾਲ ਮਤਲਬ ਐਕਸਕਿਊਜ਼ ਲੈ ਕੇ ਉਹਨਾਂ ਨੂੰ ਡਿਲੇ ਕਰਦੇ ਨੇ। ਇਹ ਜਿਹਦੇ ਚ ਕਿਹੜੀ ਸੀ, ਇਹ ਕੋਈ ਉੱਪਰੋਂ ਕੋਈ ਡਾਇਰੈਕਸ਼ਨ ਤੋਂ ਬਿਨਾਂ ਨਹੀਂ ਹੋ ਸਕਦਾ ਕੰਮ। ਇਹ ਬਿਲਕੁਲ ਬੀਜੇਪੀ ਦੀ ਮਨੂਵਾਦੀ ਸੋਚ ਦਾ ਨਤੀਜਾ ਹੈ। ਕਿਉਂਕਿ ਤੁਸੀਂ ਦੇਖੋ ਅੱਜ ਬੀਜੇਪੀ ਦੇ 7 ਐਮਪੀ ਨੇ ਦਿੱਲੀ ਦੇ ਵਿੱਚ, ਕੋਈ ਐਮਪੀ ਦਾ ਕਿਸੇ ਦਾ ਸਟੇਟਮੈਂਟ ਆਈ ਆ? ਕਿਸੇ ਐਮਪੀ ਦਾ ਬਿਆਨ ਮੈਨੂੰ ਔਨ ਰਿਕਾਰਡ ਦਿਖਾ ਦਿਓ। ਕੋਈ ਐਮਪੀ ਇਸ ਹੱਕ ਦੇ ਵਿੱਚ ਖੜਿਆ ਹੋਵੇ ਕਿ ਹਾਂਜੀ ਅਸੀਂ ਰਵਿਦਾਸ ਜੀ ਸਾਡੇ ਮਿਨਿਸਟਰ ਦੀ ਸਟੇਟਮੈਂਟ ਆ ਗਈ। ਨਹੀਂ ਤੁਸੀਂ ਤੁਹਾਡੇ ਇੱਕ ਮਿੰਟ ਹਰਦੀਪ ਪੁਰੀ ਜੀ ਦਾ ਟਵੀਟ ਪੜ੍ਹ ਲਓ। ਨਹੀਂ ਹਰਦੀਪ ਪੁਰੀ ਜੀ ਦਾ ਟਵੀਟ ਅੱਜ ਆਉਂਦਾ ਹੈ, ਕਿਉਂ ਨਹੀਂ? ਹਰਦੀਪ ਪੁਰੀ ਜੀ ਨੇ ਪਹਿਲਾਂ ਮਤਲਬ ਮਾਮਲਾ ਸੌਟ ਆਊਟ ਕੀਤਾ। ਹੁਣ ਮੈਂ ਤੁਹਾਨੂੰ ਗੱਲ ਦੱਸਦਾ, ਜਦੋਂ ਵੀ ਰਾਮ ਮੰਦਿਰ ਦੀ ਗੱਲ ਚੱਲਦੀ ਆ, ਆਰਐਸਐਸ ਤੇ ਬੀਜੇਪੀ ਮਨੂਵਾਦੀ ਸੋਚ ਉਹਨਾਂ ਦੀ ਕਿਵੇਂ ਆ? ਪਹਿਲੀ ਗੱਲ ਤਾਂ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀਆਂ ਗੱਲਾਂ ਆਰਐਸਐਸ ਦੇ ਖੇਮੇ ਚੋਂ ਨਿਕਲ ਕੇ ਆਉਂਦੀਆਂ ਨੇ। ਅਗਲੀ ਗੱਲ ਘੱਟ ਗਿਣਤੀਆਂ ਨੂੰ ਹਮੇਸ਼ਾ ਦਬਾਇਆ ਜਾਂਦਾ। ਤੀਜੀ ਗੱਲ ਜਦੋਂ ਪੰਜਾਬ ਦੇ ਵਿੱਚ ਵਿਜੇ ਸਾਂਪਲਾ ਨੂੰ ਲਾ ਕੇ ਸਬਜੈਕਟ ਮਲਕ ਨੂੰ ਪ੍ਰਧਾਨ ਬਣਾਇਆ ਗਿਆ, ਉਦੋਂ ਇਹ ਪਤਾ ਲੱਗਿਆ ਸੀ ਕਿ ਬੀਜੇਪੀ ਦਲਿਤਾਂ ਦੇ ਅਗੇਂਸਟ ਆ। ਹੁਣ ਅਗਲੀ ਗੱਲ ਸਾਂਪਲਾ ਜੀ ਮਿਨਿਸਟਰ ਬਣੇ ਆ, ਮੰਤਰੀ ਵੀ ਤਾਂ ਉਹਨਾਂ ਨੇ ਬਣਾਇਆ ਕਰਕੇ ਗਏ ਆ। ਪਹਿਲਾਂ ਵੀ ਤੁਹਾਨੂੰ ਮੈਂ ਇਸ ਚੈਨਲ ਤੇ ਦਰੁਸਤ ਕੀਤਾ ਹੈ ਮਿੱਤਲ ਸਾਹਿਬ, ਐਵੇਂ ਬੋਲੀ ਜਾਂਦੇ ਹੋ। ਚਲੋ ਆਪਾਂ ਜ਼ਿੰਮੇਵਾਰੀ ਨਾਲ ਗੱਲ ਕਰਿਆ ਕਰੋ। ਫੈਕਟ ਕਰੀਏ ਮਿੱਤਲ ਸਾਹਿਬ। ਨੌਨ ਸੀਰੀਅਸ ਡਿਬੇਟ ਕਰਨ ਦਾ ਮੈਨੂੰ ਨਹੀਂ ਮਜ਼ਾ ਆਉਂਦਾ। ਤੁਸੀਂ ਐਵੇਂ ਸਾਂਪਲਾ ਜੀ ਮਿਨਿਸਟਰ ਬਣੇ ਸੈਂਟਰ 'ਚ ਔਰ ਆਪਣੀ ਟਰਮ ਪੂਰੀ ਕਰਕੇ ਗਏ ਆ। ਆਪਣੀ ਟਰਮ ਪੂਰੀ ਕਰਕੇ ਗਏ ਆ। ਟਰਮ ਪੂਰੀ ਕਰਕੇ ਗਏ ਆ, ਪਰ ਪ੍ਰਧਾਨ ਨੇ ਉਹਨਾਂ ਨੂੰ ਹਟਾਇਆ। ਕਮਾਲ ਹੋ ਗਈ ਸੀਗਾ। ਪਿਛਲੀ ਵਾਰ ਗੱਲ ਕਰ ਚਲੋ ਹੁਣ ਸੋਮ ਪ੍ਰਕਾਸ਼ ਤੁਸੀਂ ਫੈਕਟ ਨਾਲ ਗਲਤ ਰੱਖੋ। ਜਿਹੜੀ ਹੁਣ ਸੱਚਾਈ ਆ ਉਹ ਸੱਚਾਈ ਸੱਚਾਈ ਇਹ ਆ, ਦਿੱਲੀ ਸਰਕਾਰ ਦਾ ਲਾਅ ਅਫਸਰ ਉੱਥੇ ਪੇਸ਼ ਨਹੀਂ ਹੋਇਆ। ਉਹਨੇ ਕੇਸ ਪ੍ਰੈਜ਼ੈਂਟ ਨਹੀਂ ਕੀਤਾ। ਦਿਖਾ ਦੂੰਗਾ ਮੈਂ ਤੁਹਾਨੂੰ। ਚਲੋ ਕਾਗਜ਼ ਵੀ ਦਿਖਾ ਦੂੰਗਾ। ਇੱਕ ਇੱਕ ਕਰਕੇ ਲੈ ਲਿਓ। ਇੱਕ ਮਿੰਟ ਡੀਡੀਏ ਦਾ ਜਿਹੜਾ ਅਗਲੀ ਗੱਲ ਮੈਂ ਇਹ ਗੱਲ ਕਰਨੀ ਚਾਹੁੰਦਾ, ਮਾਫੀਆ ਦਾ ਨੈਕਸਟ ਜਿਹੜਾ ਹੈਗਾ ਆ ਉਹ ਸੈਂਗਲ ਨੂੰ ਵੀ ਜਿਹੜਾ ਹੈਗਾ ਪਰਖਿਆ ਜਾਣਾ ਚਾਹੀਦਾ। ਅਦਰਵਾਈਜ਼ ਡੀਡੀਏ ਨੂੰ ਕੀ ਲੋੜ ਸੀ? ਡੀਡੀਏ ਨੂੰ ਕੀ ਲੋੜ ਸੀ ਰਾਤੋਂ ਰਾਤ ਜਿਹੜਾ 24 ਘੰਟੇ ਦੇ ਵਿੱਚ ਜਿਹੜਾ ਇਹ ਚੀਜ਼ ਕਰਦੀ? ਜਦ ਉੱਥੋਂ ਸਾਡੇ ਦਿੱਲੀ ਦੇ ਵਿੱਚ ਇਹਨੇ ਸੰਤ ਸਮਾਜ ਦਾ 2 ਮਹੀਨੇ ਤੋਂ ਜਿਹੜਾ ਉੱਥੇ ਮਿੱਤਲ ਸਾਹਿਬ ਤੁਸੀਂ ਗੱਲ ਪੂਰੀ ਕਰ ਲਈ। ਮੈਨੂੰ 2 ਮਹੀਨੇ ਤੋਂ ਸੰਤ ਸਮਾਜ ਦਾ ਸਾਡਾ ਧਰਨਾ ਚੱਲ ਰਿਹਾ ਲਗਾਤਾਰ। ਪ੍ਰਸ਼ਾਸਨ ਦੇ ਨਾਲ ਅਸੀਂ ਗਵਰਨਮੈਂਟ ਦਾ ਇੰਟੱਚ ਸੀਗੇ ਅਸੀਂ। ਉਸ ਦੇ ਬਾਵਜੂਦ ਵੀ ਜਿਹੜਾ ਇਹ ਗਵਰਨਮੈਂਟ ਨੇ ਆਪਣੀ ਜਿਹੜੀ ਸੰਜੀਦਗੀ ਨਹੀਂ ਦਿਖਾਈ, ਇਹ ਬੇਰੁਖੀ ਜਿਹੜੀ ਹੈਗੀ ਆ, ਇਹ ਉਹਦਾ ਰਿਜ਼ਲਟ ਆ ਅੱਜ ਪੂਰੇ ਪੰਜਾਬ ਬੰਦ ਹੈ। ਔਰ 19 ਤਰੀਕ ਨੂੰ ਔਰ ਹਰਪ੍ਰੀਤ ਜੀ ਮੈਂ ਸੁਣ ਰਿਹਾ ਤੁਹਾਨੂੰ। ਹਰਪ੍ਰੀਤ ਜੀ ਹਰਪ੍ਰੀਤ ਜੀ 19 ਤਰੀਕ ਨੂੰ ਦਿੱਲੀ ਬੰਦ ਦਾ ਸੱਦਾ ਦਿੱਤਾ ਗਿਆ। ਅਗਰ ਸਰਕਾਰ ਨਾ ਜਾਗੀ, ਸਰਕਾਰਾਂ ਨਾ ਜਾਗੀਆਂ ਤਾਂ 21 ਤਰੀਕ ਨੂੰ ਪੂਰੀ ਦਿੱਲੀ ਦੇ ਵਿੱਚ ਜਿਹੜਾ ਹੈਗਾ ਵਿਸ਼ਾਲ ਪ੍ਰਦਰਸ਼ਨ, ਕਰੋੜਾਂ ਦੀ ਗਿਣਤੀ ਵਿੱਚ ਦਲਿਤ ਸਮਾਜ ਉੱਤੇ ਔਰ ਪੂਰੇ ਵੀ ਗੁਰੂ ਰਵਿਦਾਸ ਜੀ ਦੇ ਨਾਮ ਲੈਵਾ ਜਿਹੜੇ ਜਿੰਨੇ ਵੀ ਲੋਕੀ ਨੇ, ਸਾਰੀਆਂ ਸੰਸਥਾਵਾਂ ਨੇ ਉਹ ਉੱਥੇ ਪਹੁੰਚ ਰਹੀਆਂ ਨੇ। ਠੀਕ ਹੈ ਮੈਂ ਇੱਕ ਮਿੰਟ ਵਾਪਸ ਆਣਾ ਤੁਹਾਡੇ ਕੋਲ। ਕੰਗ ਸਾਹਿਬ ਬੜੇ ਆਸਵੰਦ ਨੇ ਕਿ 1-2 ਦਿਨਾਂ ਦੇ ਵਿੱਚ ਇਹ ਮਸਲਾ ਹੱਲ ਹੋ ਜਾਏਗਾ, ਇੰਨੀ ਨੌਬਤ ਆਣੀ ਨਹੀਂ ਹੈ। ਕੰਗ ਸਾਹਿਬ ਜਿਹੜੀ ਗੱਲ ਇਹਨਾਂ ਨੇ ਵੀ ਮਿੱਤਲ ਸਾਹਿਬ ਨੇ ਵੀ ਕੀਤੀ ਹੈ ਔਰ ਪ੍ਰਦਰਸ਼ਨਕਾਰੀਆਂ ਦੀਆਂ ਅਸੀਂ ਬਾਈਟਾਂ ਜਦੋਂ ਚਲਾਈਆਂ ਨੇ ਉਹਨਾਂ ਦੇ ਵਿੱਚ ਵੀ ਕੁਝ ਲੋਕਾਂ ਨੇ ਇਹ ਕਿਹਾ ਕਿ ਅਜਿਹਾ ਲੱਗਦਾ ਕਿ ਸਿਰਫ ਇੱਕ ਧਰਮ ਨੂੰ ਹੀ ਵਧਾਉਣਾ ਚਾਹੁੰਦੇ ਨੇ ਬੀਜੇਪੀ ਵਾਲੇ, ਇੱਕ ਧਰਮ ਦੀ ਹੀ ਸੱਤਾਧਾਰੀ ਧਿਰ ਚਾਹੁੰਦੀ ਹੈ ਕਿ ਇੱਥੇ ਸਭ ਕੁਝ ਹੋਵੇ, ਇਸ ਕਰਕੇ ਇਸ ਨੂੰ ਧਾਰਮਿਕ ਪ੍ਰਵਿਰਤੀ ਵਜੋਂ ਵੀ ਦੇਖਿਆ ਜਾ ਰਿਹਾ। ਨਹੀਂ ਇਸ ਨੂੰ ਉਸ ਚੀਜ਼ ਨਾਲ ਐਂਗਲ ਨਾਲ ਜੋੜ ਕੇ ਦੇਖਿਆ ਜਾ ਸਕਦਾ। ਪਹਿਲੀ ਗੱਲ ਤੇ 80 ਦੇ ਦਹਾਕੇ ਤੋਂ ਇਹ ਕੇਸ ਚੱਲ ਰਿਹਾ ਹਰਪ੍ਰੀਤ ਜੀ। ਲੋਅਰ ਕੋਰਟ ਚੋਂ ਵੀ ਇਹ ਕੇਸ ਪਹਿਲਾਂ ਹਾਰ ਚੁੱਕੀ ਆ ਔਰ ਉਸ ਟਾਈਮ ਨਾ ਤੇ ਦਿੱਲੀ ਸਾਡੀ ਸਰਕਾਰ ਸੀ ਨਾ ਸੈਂਟਰ ਸਾਡੀ ਸਰਕਾਰ ਸੀ, ਕਈ ਸਰਕਾਰਾਂ ਬਦਲ ਗਈਆਂ। ਇਸ ਕਰਕੇ ਸਰਕਾਰ ਨੂੰ ਕਸੂਰਵਾਰ ਸਿੱਧੇ ਤੌਰ ਤੇ ਕਹਿਣਾ ਇਹ ਮੈਨੂੰ ਲੱਗਦਾ ਇਹ ਗਲਤ ਹੈ, ਨਾ ਇਨਸਾਫੀ। ਦੂਸਰਾ ਜਿਹੜਾ ਮਿੱਤਲ ਸਾਹਿਬ ਕਹਿ ਰਿਹਾ ਵੀ ਸਾਂਪਲਾ ਜੀ ਨੂੰ ਬਦਲਤਾ ਜੀ, ਇਹਨਾਂ ਦੀ ਸੋਚ। ਸਾਂਪਲਾ ਜੀ ਮਿਨਿਸਟਰ ਬਣ ਕੇ ਗਏ ਆ ਸੈਂਟਰ ਚ ਉਸ ਟਾਈਮ ਔਰ ਉਹ ਆਪਣੀ ਟਰਮ ਪੰਜਾਬ ਚ ਪੂਰੀ ਕਰਕੇ ਗਏ। ਸ਼ਵੇਤ ਮਲਿਕ ਜੀ ਆਏ ਔਰ ਹੁਣ ਸੋਮ ਪ੍ਰਕਾਸ਼ ਜੀ ਉਹ ਵੀ ਦਲਿਤ ਭਾਈਚਾਰੇ ਚੋਂ ਆਉਂਦੇ ਆ ਔਰ ਰਵਿਦਾਸੀਆ ਭਾਈਚਾਰੇ ਚੋਂ ਆਉਂਦੇ, ਸੈਂਟਰ ਚ ਬਰਜੀਜਰ ਔਰ ਦੇਸ਼ ਦਾ ਰਾਸ਼ਟਰਪਤੀ ਵੀ ਜਿਹੜਾ ਹੈਗਾ ਉਹ ਦਲਿਤ ਭਾਈਚਾਰੇ ਚੋਂ। ਇਸ ਕਰਕੇ ਮੈਂ ਡਿਬੇਟ ਇਸ ਪਾਸੇ ਨਹੀਂ ਲਿਜਾਣਾ ਚਾਹੁੰਦਾ। ਹਾਂ ਇਹ ਚ ਮੈਨੂੰ ਮੰਨਣ ਚ ਕੋਈ ਗੁਰੇਜ ਨਹੀਂ ਹੈ, ਕਿਸੇ ਨਾ ਕਿਸੇ ਲੈਵਲ ਤੇ ਇਹ ਚ ਅਣਗਹਿਲੀ ਤੇ ਹੋਈ ਆ।
ਪਰ ਇਮੀਡੀਏਟਲੀ ਸਰਕਾਰ ਦੇ ਧਿਆਨ ਜਦੋਂ ਇਹ ਗੱਲ ਆਈ ਆ ਔਰ ਇਹਨੂੰ ਨੋਟਿਸ ਚ ਲਿਆ ਔਰ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਲੋਕਾਂ ਦੀਆਂ ਭਾਵਨਾ ਆਸਥਾ ਨੂੰ ਧਿਆਨ 'ਚ ਰੱਖ ਕੇ ਸਰਕਾਰ ਠੀਕ ਹੈ। ਹਰਪ੍ਰੀਤ ਜੀ ਨਿੱਕੀ ਜੀ ਗੱਲ ਮੈਂ ਇੱਥੇ ਜ਼ਰੂਰ ਇੰਟਰਵੈਂਸ਼ਨ ਕਰਨੀ ਚਾਹੁੰਦਾ। ਮੈਂ ਬੜੇ ਦੁੱਖ ਨਾਲ ਨਿਰਾਸ਼ ਹੋ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਸਨ 84 ਚ ਦਰਬਾਰ ਸਾਹਿਬ ਤੇ ਹੋਇਆ ਤੇ ਉਹ ਵੀ ਇੱਕ ਘੱਟ ਗਿਣਤੀਆਂ ਤੇ ਹੋਇਆ, ਉਹ ਅੱਜ ਤੱਕ ਨਹੀਂ ਸਿੱਖ ਸਮੁਦਾਇ ਭੁੱਲਦਾ। 1992 ਦੇ ਵਿੱਚ ਬਾਬਰੀ ਮਸਜਿਦ ਨੂੰ ਜਿਵੇਂ ਧੱਕੇ ਨਾਲ ਡਿਮੋਲਿਸ਼ ਕਰਕੇ ਭੰਗੜੇ ਪਾਏ ਗਏ, ਜੈ ਸ਼੍ਰੀ ਰਾਮ, ਕੀ ਸ਼੍ਰੀ ਰਾਮ ਜੀ ਇਹ ਚਾਹੁੰਦੇ ਸੀ? ਉਹ ਤੇ ਸਾਰੇ ਸਾਨੂੰ ਵੀ ਉਨੇ ਪਿਆਰੇ ਆ ਜਿੰਨੇ ਕਿਸੇ ਵੀ ਹੋਰ ਹਿੰਦੂ ਨੂੰ ਪਿਆਰੇ ਆ। ਸਾਨੂੰ ਕੋਈ ਵੀ ਕਿਸੇ ਦੀ ਵੀ ਆਸਥਾ ਆ, ਜੇ ਦਿਲੋਂ ਕੋਈ ਹੈ, ਸਾਡੀ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ। ਸਿੱਖ ਧਰਮ ਨੇ ਤੇ ਸਿਖਾਇਆ ਹੀ ਇਹ ਹੈ। ਇਸ ਕਰਕੇ ਕੀ ਤੁਸੀਂ ਸ਼੍ਰੀ ਰਾਮ ਨੂੰ ਹੁਣ ਦੂਜਿਆਂ ਦੇ ਮਸਜਿਦ ਜਾਂ ਗੁਰਦੁਆਰੇ ਜਾਂ ਮੰਦਿਰ ਜਾਂ ਕਿਸੇ ਨੂੰ ਢਾਉਣ ਲਈ ਵਰਤੋਗੇ? ਗਲਤ ਗੱਲ ਹੈਗੀ। ਇਸੇ ਤਰੀਕੇ ਦੇ ਨਾਲ ਹੁਣ ਅੱਜ ਫੇਰ ਅਸੀਂ ਕੀਤਾ। ਇਸ ਕਰਕੇ ਦੇਸ਼ ਦੇ ਅੰਦਰ ਕੰਗ ਸਾਹਿਬ, ਮੈਂ ਬੜੇ ਨਿਮਰਤਾ ਦੇ ਨਾਲ ਕਹਿਣਾ, ਘੱਟ ਗਿਣਤੀਆਂ ਬਹੁਤ ਸਿਕਿਉਰ ਮਹਿਸੂਸ ਨਹੀਂ ਕਰ ਰਹੀਆਂ। ਉਹਨਾਂ 'ਚ ਡਰ ਹੈਗਾ, ਇੱਕ ਭੈ ਹੈਗਾ। ਔਰ ਨਾਰਥ ਈਸਟ ਪਹਿਲਾਂ ਹੀ ਇਸੇ ਤਰ੍ਹਾਂ ਆ, ਕਸ਼ਮੀਰ ਦਾ ਅਸੀਂ ਨਵਾਂ ਬਾਬ ਰੋਲਾ ਖੜਾ ਕਰ ਲਿਆ। ਔਰ ਇਸੇ ਤਰੀਕੇ ਦੇ ਨਾਲ ਜਿਹੜੀਆਂ ਦਲਿਤ ਭਾਈਚਾਰਾ, ਉਹਨਾਂ ਦੀਆਂ ਵੀ ਜ਼ਮੀਨਾਂ ਲਗਾਤਾਰ ਐਕਵਾਇਰ ਕੀਤੀਆਂ ਜਾਂਦੀਆਂ, ਖਦੇੜ ਦਿੱਤੇ ਜਾਂਦੇ ਆ। ਇਸੇ ਤਰੀਕੇ ਨਾਲ ਜਿਸ ਤਰ੍ਹਾਂ ਡੀਡੀਏ ਨੇ, ਸਾਰੀ ਗੱਲਾਂ ਠੀਕ ਹੈ ਪ੍ਰੋਫੈਸਰ ਸਾਹਿਬ, ਇਸ ਨੂੰ ਕਿਸੇ ਖਾਸ ਫਿਰਕੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਇਸ ਕੇਸ ਨੂੰ? ਇਹ ਕਹਿ ਰਹੇ ਨੇ ਕਿ ਇਸ ਪੂਰੇ ਮਸਲੇ ਦੇ ਵਿੱਚ ਸਰਕਾਰ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ, ਨਾ ਹੀ ਕੋਈ ਇਦਾਂ ਦੀ ਸਟੇਟਮੈਂਟ ਆਈ ਹੈ ਜਿੱਦਾਂ ਕਸ਼ਮੀਰ ਤੋਂ ਬਾਅਦ ਸਟੇਟਮੈਂਟਾਂ ਐਵੇਂ ਦੀਆਂ ਆਈਆਂ ਸੀ ਜਾਂ ਸੋਸ਼ਲ ਮੀਡੀਆ ਤੇ ਆਈਆਂ ਸੀਗੀਆਂ। ਫਿਰ ਅਸੀਂ ਕੋਸ਼ਿਸ਼ ਨਹੀਂ ਕਰ ਰਹੇ ਕਿ ਇਸ ਖਾਸ ਫਿਰਕੇ ਨਾਲ ਜੋੜ ਕੇ ਦੇਖਿਆ ਜਾਵੇ ਇਸ ਕੇਸ ਨੂੰ? ਮੈਂ ਤੁਹਾਡੇ ਤੋਂ ਪੁੱਛ ਰਿਹਾ। ਹਾਂ, ਨਹੀਂ ਬਿਲਕੁਲ। ਦੇਖੋ ਇਹਦੇ ਵਿੱਚ ਮੇਰੇ ਕਹਿਣ ਦਾ ਭਾਵ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਵਿੱਚ ਏਕਤਾ ਅਖੰਡਤਾ ਰਵੇ ਤੇ ਫਿਰ ਅਸੀਂ ਹੀ ਕਿਉਂ ਪ੍ਰਵੋਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਇੱਕ ਫਿਰਕੇ ਨਾਲ ਜ਼ਿਆਦਤੀ ਹੋਗੀ, ਇੱਕ ਫਿਰਕੇ ਨਾਲ ਹੋ ਗਿਆ? ਕੀ ਜੇ ਉਹ ਮੰਦਰ ਭਗਤ ਰਵਿਦਾਸ ਜੀ ਦੇ ਨਾਲ ਨਾ ਜੁੜਿਆ ਹੁੰਦਾ ਜਾਂ ਕਿਸੇ ਹੋਰ ਨਾਲ ਜੁੜਿਆ ਹੁੰਦਾ, ਉਹ ਵੀ ਡੋਮੈਲਿਸ਼ ਹੋ ਸਕਦਾ ਸੀਗਾ? ਜਾਂ ਤੁਹਾਨੂੰ ਲੱਗਦਾ ਕਿ ਭਗਤ ਰਵਿਦਾਸ ਜੀ ਨਾਲ ਜੁੜਿਆ ਸੀ ਤਾਂ ਡੋਮੈਲਿਸ਼ ਨਹੀਂ ਹੁੰਦਾ ਨਾ? ਮੈਂ ਤੇ ਇਹੀ ਗੱਲ ਕਹਿਣਾ, ਇਸ ਤਰ੍ਹਾਂ ਨਹੀਂ ਹੈਗਾ। ਤੁਸੀਂ ਦੱਸੋ ਕਿ ਕਿੰਨੇ ਜਿਹੜੇ ਹੋਰ ਮੰਦਿਰ ਆ ਕਿਸੇ ਕਿਸਮ ਦੇ ਰਾਮ ਮੰਦਿਰ ਜੁੜਿਆ ਨਹੀਂ, ਉਹ ਚ ਹੋਰ ਗੱਲ ਹੈ। ਪ੍ਰੋਫੈਸਰ ਆਪਣੇ ਆਪ ਨੂੰ ਕੰਟਰਡਿਕਟ ਕਰ ਰਹੇ ਹੋ ਤੁਸੀਂ ਕੈਮਰੇ ਸਾਹਮਣੇ। ਹੁਣ ਮੇਰੀ ਗੱਲ ਸੁਣ ਲਓ, ਭੜਕਾਓ ਨਾ, ਗੱਲ ਤੇ ਸੁਣ ਲਓ। ਗੱਲ ਜਿਹੜੀ ਜਾਇਜ਼ ਔਰ ਮੇਰੀ ਗੱਲ ਸੁਣ ਲਓ, ਲੋਕ ਹਿੱਤ ਵਾਲੀ ਗੱਲ ਡਿਮੋਲਿਸ਼ ਕਰਨ ਵਾਲੀ ਗੱਲ ਨਹੀਂ ਹੈ ਮੇਰਾ ਵੀਰ। ਡਿਮੋਲਿਸ਼ ਨਹੀਂ, ਉਹ ਤੇ ਕਮਿਊਨਲ ਰੰਗ ਦੇਈ ਜਾਂਦੇ। ਮੇਰੀ ਗੱਲ ਤੇ ਸੁਣ ਲਓ। ਉਹ ਜਿਹੜਾ ਮਾਮਲਾ ਆ, ਉਹ ਔਰਤਾਂ ਨੂੰ ਮੰਦਿਰਾਂ ਅੰਦਰ ਇੱਜ਼ਤ ਮਾਣ ਬਰਾਬਰ ਦਾ, ਇੱਕ ਮਿੰਟ ਜੀ, ਉਹ ਸਾਬੀ ਮਾਲਾ ਦਾ ਜਿਹੜਾ ਮਾਮਲਾ ਆ, ਉਹ ਔਰਤਾਂ ਨੂੰ ਮੰਦਿਰਾਂ ਅੰਦਰ ਬਰਾਬਰ ਦਾ ਹੱਕ ਦੇਣ ਦਾ ਮਾਮਲਾ ਆ। ਤੁਸੀਂ ਉਸ ਨੂੰ ਇਹਦੇ ਨਾਲ ਡਿਮੋਲਿਸ਼ ਕਰਨਾ ਕਿ ਉਹ ਆਸਥਾ ਦੀ ਗੱਲ ਸੀ, ਉੱਥੇ ਵੀ ਆਸਥਾ ਦੀ ਗੱਲ ਸੀ। ਔਰ ਇੱਕ ਮਿੰਟ, ਲੇਕਿਨ ਅਧਿਕਾਰਾਂ ਤੋਂ ਉਹਨਾਂ ਨੂੰ ਵੰਚਿਤ ਕੀਤਾ ਜਾਂਦਾ। ਠੀਕ ਹੈ, ਮੈਂ ਨਾ ਇੱਕ ਮਿੰਟ, ਜੀਵਨ ਸਿੰਘ ਜੀ ਇੱਕ ਮਿੰਟ ਆਇਆ। ਹੱਕ ਦੀ ਗੱਲ ਹੁੰਦੀ ਆ ਤੇ ਸਰਕਾਰਾਂ ਵੱਲੋਂ ਔਰ ਸਮਾਜ ਵੱਲੋਂ ਇਸ ਚੀਜ਼ ਦੀ ਬੇਰੁਖੀ ਕੀਤੀ ਜਾਂਦੀ ਹੈ। ਠੀਕ ਹੈ, ਇੱਕ ਮਿੰਟ ਆਇਆ। ਨਹੀਂ, ਸਵਾਲ ਇੰਨਾ ਹੀ ਹੈਗਾ ਕਿ ਗਵਰਨਮੈਂਟ ਇਹ ਕਿਵੇਂ ਕਹਿ ਸਕਦੀ ਕਿ ਉਹਨਾਂ ਨੂੰ ਪਤਾ ਨਹੀਂ ਸੀਗਾ? ਕੋਰਟ ਦੇ ਵਿੱਚ ਕੇਸ ਸੀਗਾ, ਯੂਨੀਅਨ ਗਵਰਨਮੈਂਟ ਆਫ ਇੰਡੀਆ ਵਰਸਸ ਜਿਹੜਾ ਉਹ ਮੰਦਰ ਦਾ ਕੇਸ ਹੈਗਾ ਆ, ਔਰ ਉਹਦੇ ਚ ਡੀਡੀਏ ਪਾਰਟ ਔਰ ਲੈਫਟੀਨੈਂਟ ਗਵਰਨਰ ਜਿਹੜਾ ਚੇਅਰਮੈਨ ਹੈ ਡੀਡੀਏ ਦਾ, ਉਹਦਾ ਪਾਰਟ ਹੈਗੇ ਆ। ਤੁਸੀਂ ਕਹਿੰਦੇ ਜੀ ਪਤਾ ਨਹੀਂ, ਉਹਨਾਂ ਦੇ ਵਕੀਲ ਜਾ ਕੇ ਉੱਥੇ ਡਿਫੈਂਡ ਕਰਕੇ ਤੇ ਉਹਨਾਂ ਨੇ ਮੰਦਰ ਨੂੰ। ਔਰ ਸਭ ਤੋਂ ਵੱਡੀ ਗੱਲ ਜਿਹੜੀ ਆ, 9 ਤਰੀਕ ਨੂੰ ਫੈਸਲਾ ਹੁੰਦਾ ਤੇ 9 ਦੀ ਰਾਤ ਨੂੰ ਹੀ ਅਰਲੀ ਮਾਰਨਿੰਗ ਤੁਸੀਂ ਜਿਹੜਾ ਉੱਥੇ ਢਾ ਦਿੰਦੇ, ਦੱਸਦੇ ਸਵੇਰੇ ਇਸ ਵਕਤੇ ਜਦ ਕਿ 13 ਤਰੀਕ ਤੱਕ ਰਿਪੋਰਟ ਕਰਨਾ ਆ। ਤੁਸੀਂ 4 ਦਿਨ ਤੇ ਲੋਕਾਂ ਨੂੰ ਦਿੰਦੇ, ਉਹਨਾਂ ਨੂੰ ਸਮਝਾਉਂਦੇ ਵੀ ਆ ਫੈਸਲਾ ਆ ਗਿਆ, ਦੱਸੋ ਕੀ ਕਰੀਏ। ਇਹਦਾ ਮਤਲਬ ਹੈ ਕਿ ਫੈਸਲਾ ਇਹ ਕੀਤਾ ਸੀ, ਇਹ ਜ਼ਮੀਨ ਖੋਣੀ ਆ। ਤੁਸੀਂ ਜਿਹੜੀ ਗੱਲ ਕਹਿ ਰਹੇ ਹਰਪ੍ਰੀਤ ਜੀ, ਇੱਥੋਂ ਹੀ ਲੋਕਾਂ ਦੀ ਬੇਭਰੋਸਗੀ ਪੈਦਾ ਹੋ ਰਹੀ ਹੈ। ਔਰ ਇਹ ਐਨਡੀਏ ਦੀ ਔਰ ਬੀਜੇਪੀ ਦੀ ਜ਼ਿੰਮੇਵਾਰੀ ਹੈ ਕਿ ਦੇਸ਼ ਦੀਆਂ ਘੱਟ ਗਿਣਤੀਆਂ, ਦੇਸ਼ ਦੇ ਜਿਹੜੇ ਸਮੁਦਾਇ ਆ, ਉਹਨਾਂ ਨੂੰ ਭਰੋਸਾ ਦੇ ਕੇ ਰੱਖਣ। ਠੀਕ ਹੈ, ਇੱਕ ਮਿੰਟ, ਮੈਂ ਚੀਮਾ ਸਾਹਿਬ ਇੱਕ ਰਿਐਕਸ਼ਨ ਲੈਣਾ ਚਾਹੁੰਦਾ। ਮੇਰਾ ਸਵਾਲ ਫਿਰ ਦੁਬਾਰਾ ਹੋਈ ਹੈ ਤੁਹਾਡੇ ਤੋਂ ਕਿ ਵਾਕਈ ਅਸੀਂ ਇਸ ਨੂੰ ਕਿਸ ਐਂਗਲ ਤੋਂ ਦੇਖਣਾ ਚਾਹ ਰਹੇ ਹਾਂ? ਦੋ ਚੀਜ਼ਾਂ ਨੇ, ਜਾਂ ਤਾਂ ਇਹ ਟੈਕਨੀਕਲੀ ਕੇਸ ਹੈਗਾ ਜਿੱਥੇ ਡੀਡੀਏ ਗਲਤ ਸੀਗੀ, ਡੀਡੀਏ ਨੇ ਸਹੀ ਤਰੀਕੇ ਨਾਲ ਕੇਸ ਪ੍ਰੋਜੈਕਟ ਨਹੀਂ ਕੀਤਾ ਔਰ ਇਸੇ ਕਰਕੇ ਸਭ ਕੁਝ ਹੋ ਗਿਆ, ਜਾਂ ਵਾਕਈ ਇਹ ਕਹਿੰਦੇ ਨੇ ਕਿ ਬੇਭਰੋਸਗੀ ਜੇ ਘੱਟ ਗਿਣਤੀਆਂ ਦੇ ਵਿੱਚ ਹੈਗੀ ਹੈ ਤਾਂ ਇਹ ਮਾਮਲੇ ਨੇ ਇਹ ਜਿਹੜੀਆਂ ਬੇਭਰੋਸਗੀਆਂ ਪੈਦਾ ਕਰਦੇ ਨੇ। ਮੈਨੂੰ ਜੋ ਲੱਗਦਾ ਹੈ, ਮੈਂ ਜੱਜਮੈਂਟ 'ਚ ਜਿੰਨੀ ਕੋ ਨਜ਼ਰ ਮਾਰੀ ਹੈ, ਜਿਹੜਾ ਹਾਈ ਕੋਰਟ ਦੇ ਵਿੱਚ ਫੈਸਲਾ ਆਇਆ ਉਹਦੇ ਵਿੱਚ ਜਿਹੜਾ ਕੇਸ ਹੈ ਸਿਰਫ ਇੱਕ ਟਾਈਟਲ ਸੂਟ ਦੇ ਤੌਰ ਦੇ ਉੱਤੇ ਜਿਹੜਾ ਉਹ ਵਿਚਾਰਿਆ ਗਿਆ। ਉਹਦੀ ਇਤਿਹਾਸਕ ਮਹੱਤਤਾ ਕੀ ਹੈ, ਉਹਦੀ ਜਿਹੜੀ ਹੈ ਇੰਪੋਰਟੈਂਸ ਦੇਸ਼ ਦੇ ਵਿੱਚ ਕੀ ਹੈ ਉਸ ਸਥਾਨ ਦੀ, ਉਸ ਐਂਗਲ ਤੋਂ ਇਹ ਕੇਸ ਜਿਹੜਾ ਕਿਤੇ ਵੀ ਸਥਾਨ ਦੇ ਉੱਤੇ ਨਹੀਂ ਵਿਚਾਰਿਆ ਗਿਆ। ਇੱਕ ਇੰਡੀਵਿਜੂਅਲ ਦੇ ਨਾਂ ਦੇ ਉੱਤੇ ਕਿ ਉਹਦੀ ਪ੍ਰਾਪਰਟੀ ਹੈ, ਉਹਦਾ 30 ਸਾਲ ਤੋਂ ਵੱਧ ਕਬਜ਼ਾ ਸਾਬਤ ਹੋ ਸਕਿਆ ਕਿ ਨਹੀਂ ਹੋ ਸਕਿਆ, ਇਸ ਤਰੀਕੇ ਜਿਵੇਂ ਆਮ ਜ਼ਮੀਨੀ ਆਪਾਂ ਵਿਵਾਦ ਚੱਲਦੇ ਨੇ, ਘਰਾਂ 'ਚ ਜ਼ਮੀਨੀ ਲੜਾਈਆਂ ਦੇ ਕੇਸ ਚੱਲਦੇ ਨੇ, ਉਸੇ ਤਰੀਕੇ ਨਹੀਂ ਲਿਆ ਜਾਣਾ ਚਾਹੀਦਾ ਸੀ। ਇਹਦੇ ਵਿੱਚ ਜਿਹੜੀ ਅਸਲੀ ਹੈ
ਮੈਂ ਸਮਝਦਾ ਕਿ ਪੈਰਵੀ ਕਰਨ ਵਾਲੀ ਧਿਰ ਤੋਂ ਵੀ ਕਮੀ ਰਹਿ ਗਈ ਕਿ ਜਿਹੜੀ ਇਤਿਹਾਸਿਕ ਜਿਹੜਾ ਉਹਦਾ ਪਿਛੋਕੜ ਹੈ ਜਿਹੜਾ ਕਿ 500-600 ਸਾਲ ਦੀ ਹਿਸਟਰੀ ਉੱਥੇ ਗੁਰੂ ਰਵਿਦਾਸ ਜੀ ਮਹਾਰਾਜ ਦਾ ਆਉਣਾ ਚਰਨ ਛੋਹ ਪ੍ਰਾਪਤ ਧਰਤੀ ਹੋਣਾ ਜੀ, ਇਹ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਕਾਨੂੰਨਾਂ ਤੋਂ ਨਿਯਮਾਂ ਤੋਂ ਸੰਵਿਧਾਨ ਤੋਂ ਉੱਪਰ ਚਲੇ ਜਾਂਦੀਆਂ, ਜਿੱਥੇ ਆ ਕੇ ਕੰਸਟੀਟਿਊਸ਼ਨ ਜਿਹੜੀ ਹੈ ਉਹ ਬਦਲਣੀ ਚਾਹੀਦੀ ਸੀ। ਲੇਕਿਨ ਇੱਕ ਸਿੰਪਲ ਕਿ ਇੱਕ ਵਿਅਕਤੀ ਦਾ ਉੱਤੇ ਕਬਜ਼ਾ ਸੀ, ਉਹ ਕਬਜ਼ਾ ਆਪਣਾ ਸਾਬਤ ਨਹੀਂ ਕਰ ਸਕਿਆ ਤਾਂ ਡੀਡੀਏ ਨੇ ਲੈਂਡ ਐਕਵਾਇਰ ਕਰ ਲਈ ਤੇ ਇਸ ਕਰਕੇ ਉਹ ਡੀਡੀਏ ਨੂੰ ਧੱਕੇ ਨਾਲ ਦੇ ਦੇਣੀ। ਇਸੇ ਤਰ੍ਹਾਂ ਹੀ ਇਹ ਕੇਸ ਜਿਹੜਾ ਮੈਂ ਸਮਝਦਾ ਇੰਨੇ ਡਿਸਾਈਡ ਹੋਣਾ ਚਾਹੀਦਾ ਸੀ। ਠੀਕ ਹੈ, ਔਰ ਇਹਦੇ 'ਚ ਗਲਤੀ ਹੋਈ ਆ ਔਰ ਮੈਂ ਸਮਝਦਾ ਕਿ ਹੁਣ ਵੀ ਚਾਹੀਦਾ ਕਿ ਇਹ ਸੁਧਾਰ ਕਰਕੇ ਇਹ ਲੈਂਡ ਵਾਪਸ ਉਹਨਾਂ ਨੂੰ ਰਿਸਟੋਰ ਕਰਕੇ ਤੇ ਉੱਥੇ ਦੁਬਾਰਾ। ਔਰ ਮੈਨੂੰ ਲੱਗਦਾ ਕਿ ਜਿੰਨੀ ਅਸੀਂ ਦੇਰੀ ਕਰ ਰਹੇ ਹਾਂ ਉਹਦੇ ਨਾਲ ਮਾਹੌਲ ਸ਼ਾਇਦ ਹੋਰ ਖਰਾਬ ਵੀ ਹੋ ਸਕਦਾ। ਜੀਵਨ ਸਿੰਘ ਜੀ, ਆਖਰੀ ਸਵਾਲ, ਮੇਰੇ ਕੋਲ ਟਾਈਮ ਘੱਟ ਹੈਗਾ, ਇਸ ਪੂਰੇ ਮਸਲੇ ਦੀ ਹੁਣ ਭਰਪਾਈ ਕਿਸ ਤਰ੍ਹਾਂ ਹੋਵੇ? ਹੁਣ ਡਿਮਾਂਡ ਇਹ ਹੈਗੀ ਹੈ, ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਕਹਿੰਦੇ ਨੇ ਕਿ ਉੱਥੇ ਦੁਬਾਰਾ ਮੰਦਰ ਸਥਾਪਿਤ ਕੀਤਾ ਜਾਵੇ ਔਰ ਜਿਹੜੇ ਮੁਲਾਜ਼ਮਾਂ ਨੇ ਸਾਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ, ਕਾਰਵਾਈ ਹੋਵੇ ਉਹਨਾਂ ਤੇ। ਜੀ 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 ਹਰਪ੍ਰੀਤ ਜੀ, ਬਿਲਕੁਲ ਜਿਹੜੀ ਆ ਜੋ 700 ਜਿਹੜੀ ਕਨਾਲ ਜਿਹੜੀ ਆ ਸਿਕੰਦਰ ਲੋਧੀ ਨੇ ਜ਼ਮੀਨ ਗੁਰੂ ਰਵਿਦਾਸ ਜੀ ਨੂੰ ਦਿੱਤੀ ਸੀ ਜੀ, ਉਹ ਜ਼ਮੀਨ ਜਿਹੜੀ ਆ ਇਸ ਸਾਡੀ ਉੱਥੇ ਜੋ ਸੰਮਤੀ ਬਣੀ ਆ ਉਹਦੇ ਨਾਂ ਤੇ ਜਿਹੜੀ ਹੈਗੀ ਟ੍ਰਾਂਸਫਰ ਹੋਣੀ ਚਾਹੀਦੀ ਹੈ, ਨੰਬਰ 1। ਨੰਬਰ 2, ਸਰਕਾਰੀ ਖਰਚੇ ਦੇ ਉੱਤੇ ਉੱਥੇ ਇੱਕ ਭव्य ਮੰਦਿਰ ਬਣਨਾ ਚਾਹੀਦਾ। ਨੰਬਰ 3, ਜੋ ਡੀਡੀਏ ਦੇ ਕਰਮਚਾਰੀ ਇਹਦੇ ਵਿੱਚ ਇਨਵੋਲਵਡ ਨੇ ਉਹਨਾਂ ਦੇ ਉੱਤੇ ਐਟਰੋਸਿਟੀ ਐਕਟ ਦੇ ਵਿੱਚ ਜਿਹੜਾ ਹੈਗਾ ਪਰਚੇ ਦਾਖਲ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਜੋ ਵਾਜਬ ਜਿਹੜੀਆਂ ਕਾਨੂੰਨੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਔਰ ਸਰਕਾਰ ਵੱਲੋਂ ਇਹਦੇ ਤੇ ਜਿਹੜਾ ਹੈਗਾ ਪੂਰਾ ਖੇਦ ਪ੍ਰਗਟ ਕਰਨਾ ਚਾਹੀਦਾ, ਕਿਉਂਕਿ ਦਲਿਤ ਸਮਾਜ ਦੇ ਵੱਲੋਂ ਇਹ 2011 ਤੋਂ ਲਗਾਤਾਰ ਜਦੋਂ ਦਾ ਇਹ ਕੇਸ ਸਾਹਮਣੇ ਆਇਆ ਜੀ, ਇਹ ਬਕਾਇਦਾ ਤੌਰ ਦੇ ਉੱਤੇ ਮੈਮੋਰੈਂਡਮ ਦਿੱਤੇ ਗਏ। ਈਵਨ ਮੈਂ ਇੱਕ ਹੋਰ ਚੀਜ਼ ਦੱਸ ਦੇਣਾ ਚਾਹੁੰਦਾ ਕਿ 2 ਵਾਰੀ ਆਰਐਸਐਸ ਨੂੰ ਵੀ ਇਸ ਚੀਜ਼ ਦੇ ਬਾਰੇ ਜਿਹੜੇ ਹੈਗੇ ਜਾਣਕਾਰੀ ਦਿੱਤੀ ਗਈ, ਉਹਨਾਂ ਨੂੰ ਇਨਵੋਲਵ ਕੀਤਾ ਗਿਆ। ਈਵਨ ਆਰਐਸਐਸ ਮੁਖੀ ਨੂੰ ਵੀ ਇਸ ਚੀਜ਼ ਦੇ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਕਿ ਉਹ ਗਵਰਨਮੈਂਟ ਨੂੰ ਸੁਚੇਤ ਕਰ ਦੇਵੇ। ਲੇਕਿਨ ਇਹਦੇ ਵਿੱਚ ਗਵਰਨਮੈਂਟ ਸੰਜੀਦਾ ਨਹੀਂ ਰਹੀ, ਉਹਨਾਂ ਨੇ ਆਪਣਾ ਪੱਖ ਜਿਹੜਾ ਇਤਿਹਾਸਕ ਪੱਖ ਜਿਹੜਾ ਇਸ ਜਗ੍ਹਾ ਦਾ ਬਾਰੇ ਨਹੀਂ ਦੱਸ ਸਕਿਆ। ਉਹਦਾ ਰਿਜ਼ਲਟ ਜੇ ਹੈ ਅੱਜ 13 ਤਰੀਕ ਹੈ, ਹਜੇ ਵੀ ਜੇ ਗਵਰਨਮੈਂਟ ਸੰਭਲ ਜਾਏ ਤਾਂ ਠੀਕ ਹੈ, ਨਹੀਂ ਤਾਂ 19 ਤਰੀਕ ਨੂੰ ਦਿੱਲੀ ਬੰਦ ਤੋਂ ਬਾਅਦ 21 ਤਰੀਕ ਨੂੰ ਦਿੱਲੀ ਦਾ ਜਿਹੜਾ ਹੈਗਾ ਉਹ ਪੂਰਾ ਚੱਕਾ ਜਾਮ ਕੀਤਾ ਜਾਏਗਾ। ਠੀਕ ਹੈ, ਧੰਨਵਾਦ ਤੁਹਾਡਾ। ਨਹੀਂ, ਮੈਂ ਇੱਕ ਗੱਲ ਥੋੜੀ ਜਿਹੀ ਐਡ ਕਰਨੀ ਚਾਹੁੰਦਾ ਕਿ 3 ਏਕੜ ਤਾਂ ਇਹਦੇ 'ਚ ਲਿਖਿਆ ਹੋਇਆ ਜਿਹੜਾ ਕੋਰਟ ਦੇ ਰਿਕਾਰਡ 'ਚ, ਪਰ ਮੈਂ ਉਹਨਾਂ ਦੀ ਇੱਕ ਗੱਲ ਨਾਲ ਸਹਿਮਤ ਹਾਂ ਕਿਉਂਕਿ ਪੁਰਾਣਾ ਜਿਹੜਾ ਇਤਿਹਾਸ ਪੜ੍ਹੀਏ ਤੇ ਜਦੋਂ ਬਾਦਸ਼ਾਹ ਨੇ ਕਦੀ ਵੀ ਕਿਸੇ ਪੀਰ ਫਕੀਰ ਦੇ ਨਾਂ ਦੇ ਉੱਤੇ ਜ਼ਮੀਨ ਦਿੱਤੀ ਹੈ ਤਾਂ ਉਹ ਜਗੀਰਾਂ ਹੀ ਹੁੰਦੀਆਂ ਸੀ, ਉਹ ਐਦਾਂ 1-2 ਏਕੜ ਨਹੀਂ ਹੁੰਦੀ ਸੀ ਕਿਉਂਕਿ ਉਸ ਵੇਲੇ ਜ਼ਮੀਨ ਦੀ ਕੀਮਤ ਇਦਾਂ ਦੀ ਨਹੀਂ ਸੀ ਜਿੱਦਾਂ ਦੀ ਅੱਜ ਆ। ਉਹਨਾਂ ਕੋਲੋਂ ਜ਼ਮੀਨਾਂ ਹੁੰਦੀਆਂ ਵੀ ਖੁੱਲੀਆਂ ਸੀ ਔਰ ਉਹ ਫਿਰ ਮੁਰੱਬਿਆਂ ਦੇ ਹਿਸਾਬ ਦੇ ਨਾਲ ਜਗੀਰਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਸੀ। ਇਸ ਕਰਕੇ ਉਸ ਗੱਲ 'ਚ ਵਜਨ ਹੈ ਜਿਹੜੀ ਗੱਲ ਉਹ ਕਹਿ ਰਹੇ ਕਿ ਜ਼ਮੀਨ ਜ਼ਿਆਦਾ ਸੀ। ਉਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਭ ਨੂੰ ਪਤਾ ਹੈ ਦਿੱਲੀ ਦੇ ਵਿੱਚ ਜ਼ਮੀਨਾਂ ਦੇ ਭਾਅ ਕੀ ਨੇ, ਤੁਗਲਕਾਬਾਦ ਏਰੀਆ ਦੇ ਵਿੱਚ ਭਾਅ ਕੀ ਨੇ। ਜੇ ਭੂ ਮਾਫੀਆ ਵੀ ਨਾਲ ਰਲਿਆ ਹੋਵੇ ਤੇ ਇਸ ਤੋਂ ਵੀ ਗੱਲ ਇਨਕਾਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉੱਥੇ 1-1 ਫੁੱਟ ਦੀ ਕਿੰਨੀ ਕੀਮਤ ਹੈ ਉਹ ਤੁਹਾਨੂੰ ਵੀ ਪਤਾ ਹੈ। ਮਿੱਤਲ ਸਾਹਿਬ ਜਲਦੀ 'ਚ ਗੱਲ ਖਤਮ ਕਰਿਓ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਦੇਖੋ ਜਦੋਂ ਰਾਮ ਮੰਦਿਰ ਦੀ ਗੱਲ ਚੱਲਦੀ ਹੈ ਤਾਂ ਬੀਜੇਪੀ ਵਾਲੇ ਕਹਿੰਦੇ ਨੇ ਕਿ ਅਸੀਂ ਪਾਰਲੀਮੈਂਟ ਦੇ ਰਾਹੀਂ ਅਗਰ ਸੁਪਰੀਮ ਕੋਰਟ ਦਾ ਡਿਸੀਜਨ ਸਾਡੇ ਅਗੇਂਸਟ ਆ ਗਿਆ ਤਾਂ ਪਾਰਲੀਮੈਂਟ ਦੇ ਰਾਹੀਂ ਅਸੀਂ ਡਿਸੀਜਨ ਨੂੰ ਨਲੀਫਾਈ ਕਰਕੇ ਮੰਦਿਰ ਬਣਾਵਾਂਗੇ। ਇਸੇ ਤਰੀਕੇ ਨਾਲ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਕਾਲ ਹੋਣਾ ਚਾਹੀਦਾ, ਇਹ ਜੱਜਮੈਂਟ ਨਲੀਫਾਈ ਹੋਣੀ ਚਾਹੀਦੀ ਹੈ ਉੱਥੇ ਔਰ ਰਵਿਦਾਸ ਮੰਦਿਰ ਜਿਹੜਾ ਉੱਥੇ ਦੁਬਾਰੇ ਬਣਨਾ ਚਾਹੀਦਾ, ਜ਼ਮੀਨ ਦੁਬਾਰਾ ਅਲਾਟ ਹੋਣੀ ਚਾਹੀਦੀ ਹੈ। ਅੱਜ ਸਾਡੇ ਐਲਓਪੀ ਹਰਪਾਲ ਚੀਮਾ ਜੀ ਵੀ ਹਰਦੀਪੁਰੀ ਨੂੰ ਇਸ ਮਾਮਲੇ ਤੇ ਮਿਲ ਕੇ ਆਏ ਨੇ। ਚਲੋ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ 'ਚ ਸ਼ਾਮਲ ਹੋਣ ਦੇ ਲਈ। ਹੁਣ ਵੇਖਦੇ ਹਾਂ ਕਿ ਇਸ ਪੂਰੇ ਮਸਲੇ ਦੇ ਵਿੱਚ ਅੱਗੋਂ ਹੋਏਗਾ ਕੀ ਔਰ ਆਸ ਤੇ ਉਮੀਦ ਇਹੀ ਰੱਖਦੇ ਹਾਂ ਕਿ ਮਸਲਾ ਠੰਡੇ ਬਸਤੇ ਦੇ ਵਿੱਚ ਨਾ ਪੈ ਕੇ ਇਸ ਪੂਰੇ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ ਔਰ ਜਿਹੜੀ ਆਸਥਾ ਔਰ ਜਿਹੜੀ ਬੇਗਾਨਗੀ ਦੀ ਭਾਵਨਾ ਪੈਦਾ ਹੋਈ ਹੈ ਉਸ ਨੂੰ ਜ਼ਰੂਰ ਖਤਮ ਕਰਨਾ ਚਾਹੀਦਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।